का खालसा वाहिगुरू जी की फतेह। सब तो पहला मैं दो लफ्ज कहना चाहता हाँ कि जो योधे सूरबीर महान कथाकार महान कीर्तनीय ਜਾਂ ਲੋਕਾਂ ਦਾ ਭਲਾ ਕਰਨ ਵਾਸਤੇ ਜਦੋਂ ਆਪਣੇ ਚੰਗੇ ਕਰਮ ਕਰਦੇ ਹਨ ਤੇ ਫਿਰ ਬਾਅਦ ਵਿੱਚ ਉਹ ਕੰਮ ਕਰਕੇ ਚਲੇ ਜਾਂਦੇ ਹਨ। ਰਾਈਟਰਸ ਲੇਖਕ ਕਾਗਜ਼ ਦੀ ਹਿੱਕ ਤੇ ਉਹਨਾਂ ਦੀਆਂ ਚੰਗਿਆਈਆਂ ਉਹ ਲਿਖ ਦਿੰਦੇ ਹਨ। ਇਸੇ ਤਰ੍ਹਾਂ ਸਰਦਾਰ ਸਿਆਰਾ ਸਿੰਘ ਢੀਂਡਸਾ ਓਮਨ ਮੀਡੀਆ ਵਾਲੇ ਜਦ ਇੱਥੇ ਕੋਈ ਉੱਗੇ ਪ੍ਰਸਿੱਧ ਕਥਾਵਾਚਕ ਜਾਂ ਉੱਗੇ ਕਲਾਕਾਰ ਆਉਂਦੇ ਹਨ ਉਹਨਾਂ ਦੇ ਬਾਰੇ ਜੋ ਇੰਟਰਵਿਊ ਲੈ ਕੇ ਜਾਂ ਉਹਨਾਂ ਦੇ ਵਿਚਾਰਾਂ ਨੂੰ ਸਾਰੀ ਦੁਨੀਆ ਵਿੱਚ ਪੇਸ਼ ਕਰਦੇ ਹਨ, ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡੀ ਗੱਲ ਹੈ। ਇਹ ਬਹੁਤ ਵੱਡਾ ਉਪਰਾਲਾ ਹੈ। ਇਹ ਇੱਕ ਬਹੁਤ ਹੀ ਲੋਕ ਭਲਾਈ ਵਾਲਾ ਕੰਮ ਹੈ। ਭਾਈ ਸਾਹਿਬ ਜੀ, ਤੁਹਾਡਾ ਬੇਕਸਵੀਲ ਦੇ ਵਿੱਚ ਬਹੁਤ ਬਹੁਤ ਧੰਨਵਾਦ। ਤੁਹਾਨੂੰ ਅਸੀਂ 3-4 ਦਿਨ ਤੋਂ ਲਗਾਤਾਰ ਸੁਣ ਰਹੇ ਹਾਂ ਤੇ ਬਹੁਤ ਹੀ ਕੁਝ ਸਿੱਖਿਆ ਹੈ। ਸ਼ੁਰੂ ਇੱਥੋਂ ਕਰਦੇ ਹਾਂ ਕਿ ਇੰਨੀ ਨੌਲੇਜ, ਇੰਨਾ ਗਿਆਨ, ਇੰਨਾ ਕਹਿਣ ਦਾ ਤਰੀਕਾ, ਇਹ ਤੁਸੀਂ ਸਭ ਕੁਝ ਕਿੱਥੋਂ ਅਤੇ ਕਿਵੇਂ ਸਿੱਖਿਆ? ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਸਿੱਖ ਦਾ ਸਾਰਾ ਜੀਵਨ ਹੀ ਸਿੱਖਣ ਵਾਸਤੇ ਆ। ਹਾਂਜੀ। ਜਦੋਂ ਅਸੀਂ ਜਨਮ ਲੈਂਦੇ ਹਾਂ, ਜਨਮ ਲੈਣ ਤੋਂ ਲੈ ਕੇ ਜਦੋਂ ਤੱਕ ਮਨੁੱਖ ਆਖਰੀ ਸਾਹ ਨਹੀਂ ਲੈਂਦਾ ਉਦੋਂ ਤੱਕ ਮਨੁੱਖ ਸਿੱਖਦਾ ਰਹਿੰਦਾ। ਠੀਕ ਹੈ। ਪਰ ਫਿਰ ਵੀ ਆਪਾਂ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਦਾ ਉਪਦੇਸ਼, ਕਿਉਂਕਿ ਜਦੋਂ ਜਿਉਂ-ਜਿਉਂ ਅਸੀਂ ਗੁਰਬਾਣੀ ਦੀ ਵਿਚਾਰ ਨੂੰ ਕਰਦੇ ਹਾਂ ਹਾਂਜੀ ਤਾਂ ਉਹਦੇ ਵਿੱਚੋਂ ਇੱਕ ਚੀਜ਼ ਸਿੱਧਿਆਂ ਸਮਝ ਆ ਜਾਂਦੀ ਵੀ ਗੁਰਬਾਣੀ ਇੱਕ ਪ੍ਰੈਕਟੀਕਲ ਜੀਵਨ ਜਾਚ ਵਾ। ਹਾਂਜੀ। ਜਿਵੇਂ ਇਹਨੂੰ ਇਹ ਪੇਸ਼ ਕੀਤਾ ਜਾ ਰਿਹਾ ਕਿ ਇਹ ਕੋਈ ਮੰਤਰ ਵਾ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਦਾਂ ਸਮਝਾਉਣ ਦਾ ਯਤਨ ਕੀਤਾ ਵੀ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਹਾਂਜੀ, ਬਾਹਰ ਵਸਤ ਨਾ ਪਾ, ਜੋ ਬ੍ਰਹਮੰਡ ਸੋਈ ਪਿੰਡੈ, ਜੋ ਖੋਜੈ ਸੋ ਪਾਵੇ, ਹਾਂਜੀ, ਜਾਂ ਖੋਜੀ ਉਪਜੈ ਬਾਦੀ ਬਿਨਸੈ। ਇੱਦਾਂ ਦੀਆਂ ਗੁਰੂ ਸਾਹਿਬ ਜੀ ਨੇ ਅਨੇਕਾਂ ਐਗਜ਼ੈਂਪਲਾਂ ਦੇ ਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਜਿਹੜਾ ਖੋਜੀ ਬਿਰਤੀ ਲੈ ਕੇ ਕੁਝ ਸਮਝਣ ਦਾ ਯਤਨ ਕਰਦਾ ਉਹ ਬਹੁਤ ਕੁਝ ਆਪਣੀ ਜ਼ਿੰਦਗੀ ਦੇ ਵਿੱਚੋਂ ਪ੍ਰਾਪਤ ਕਰ ਲੈਂਦਾ ਤੇ ਜ਼ਿੰਦਗੀ ਨੂੰ ਵਧੀਆ ਬਣਾ ਲੈਂਦਾ। ਹਾਂਜੀ। ਜਦੋਂ ਅਸੀਂ ਗੁਰਬਾਣੀ ਨੂੰ ਆਪ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਇੱਦਾਂ ਕਹਿ ਲਓ ਵੀ ਇੱਕ ਰਸ ਵਾ। ਹਾਂਜੀ। ਜਿਵੇਂ ਹੁਣ ਕਿਸੇ ਨੂੰ ਗਾਣੇ ਸੁਣਨ ਦਾ ਹੁੰਦਾ ਵਾ, ਉਹ ਘੰਟਿਆਂ ਬੱਧੀ ਗਾਣੇ ਸੁਣ ਸਕਦਾ। ਜਿਹਨੂੰ ਗਜ਼ਲਾਂ ਸੁਣਨ ਦਾ ਸ਼ੌਂਕ ਆ ਉਹ ਗਜ਼ਲਾਂ ਸੁਣ ਸਕਦਾ ਵਾ। ਹਾਂਜੀ। ਜਿਹਨੂੰ ਨਿਊਜ਼ਪੇਪਰ ਪੜ੍ਹਨ ਦਾ, ਉਹ ਤੁਸੀਂ ਦੇਖੋ ਕਈ ਪੇਪਰ ਇੱਕ ਦਿਨ 'ਚ ਪੜ੍ਹ ਦਿੰਦਾ। ਇਹ ਤਾਂ ਤੁਹਾਡੀ ਆਪਣੀ ਚੇਟਕ ਵਾ। ਹਾਂਜੀ। ਤੁਸੀਂ ਆਪਣੇ ਮਨ ਨੂੰ ਕਿਹੜੇ ਬੰਨੇ ਲਾਉਣਾ। ਠੀਕ ਹੈ ਜੀ। ਹੁਣ ਜਿਹਨਾਂ ਨੂੰ ਜੂਆ ਖੇਡਣ ਦੀ ਆਦਤ ਹੁੰਦੀ ਉਹ ਨਹੀਂ ਵੇਖਦੇ ਵੀ ਆਪਣੀ ਸੰਪਤੀ ਵੀ ਕਈ ਵਾਰੀ ਹਾਰ ਜਾਂਦੇ ਆ। ਹਾਂਜੀ। ਆਪਣੇ ਘਰ, ਆਪਣੀਆਂ ਜਾਇਦਾਦਾਂ, ਉਹ ਜਨੂਨ ਆ ਇੱਕ। ਹਾਂਜੀ। ਇੱਦਾਂ ਤੁਸੀਂ ਆਪਣੇ ਮਨ ਨੂੰ ਕਿਹੜੇ ਬੰਨੇ ਲਾਉਣਾ। ਜਿਵੇਂ ਬੁੱਲੇ ਸ਼ਾਹ ਨੇ ਆਖਿਆ ਸੀ ਵੀ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਹਾਂਜੀ। ਹਾਂਜੀ। ਇਹ ਤੁਹਾਡਾ ਮਨ ਆ। ਜੇ ਤੇ ਚੰਗਿਆਈ ਵਾਲੇ ਬੰਨੇ ਤੁਰ ਪਵੇ ਹਾਂਜੀ ਫਿਰ ਤਾਂ ਵੀ ਸਿਖਰ ਕਰਕੇ ਹਟਦਾ। ਹਾਂਜੀ। ਹਾਂਜੀ। ਤੇ ਜੇ ਬੁਰਾਈ ਵਾਲੇ ਬੰਨੇ ਤੁਰ ਪਿਆ ਹਾਂਜੀ ਫਿਰ ਵੀ ਇਹਨੇ ਐਂਡ ਕਰਕੇ ਹਟਣਾ। ਨਹੀਂ, ਤੁਸੀਂ ਇੰਨੀ ਮਿਹਨਤ ਕਰਦੇ ਹੋ, ਚੰਗੇ ਪਾਸੇ ਆਪਣੇ ਮਨ ਨੂੰ ਲਾਉਂਦੇ ਹੋ, ਖੋਜ ਵੀ ਕਰਦੇ ਹੋ, ਪਰ ਫਿਰ ਵੀ ਇੰਨੀ ਤਰਕ, ਫਿਰ ਵੀ ਕਈ ਇਹੋ ਜਿਹੇ ਸ਼ਰਧਾਲੂ ਹਨ ਹਾਂਜੀ ਜਿਹੜੇ ਕਿ ਇਹੀ ਕਹਿੰਦੇ ਹਨ ਕਿ ਧੁੰਦਾ ਜੀ ਦੇ ਬਸ ਕੰਟਰੋਵਰਸੀ ਕਰਦੇ ਹਨ। ਹਾਂਜੀ। ਲੋਕਾਂ ਦੀ ਰੰਗ ਵਿੱਚ ਭੰਗ ਪਾਉਂਦੇ ਹਨ। ਹਾਂਜੀ। ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਹਨ। ਹਾਂਜੀ। ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਕੁਝ ਪਤਾ ਨਹੀਂ। ਇਹ ਕੀ ਚੱਕਰ ਹੈ? ਅਸਲ ਦੇ ਵਿੱਚ ਗੱਲ ਇਹ ਹੈ ਜੀ, ਜਿਨ੍ਹਾਂ ਨੇ ਗੁਰਬਾਣੀ ਆਪ ਨਹੀਂ ਪੜ੍ਹੀ ਜਾਂ ਜਿਨ੍ਹਾਂ ਨੂੰ ਗੁਰਬਾਣੀ ਦੀ ਨੌਲੇਜ ਨਹੀਂ ਹੈਗੀ, ਹਾਂਜੀ, ਜਦੋਂ ਅਸੀਂ ਉਹਨਾਂ ਨੂੰ ਗੁਰਬਾਣੀ ਦੀ ਕੋਈ ਵਿਚਾਰ ਦੱਸਦੇ ਹਾਂ, ਹੁਣ ਕੁਦਰਤੀ ਗੱਲ ਆ, ਉਹਨਾਂ ਗੁਰਬਾਣੀ ਆਪ ਪੜ੍ਹ ਕੇ ਨਹੀਂ ਵੇਖੀ, ਉਹਨਾਂ ਨੂੰ ਇੰਝ ਲੱਗਣਾ ਵੀ ਇਹ ਗੱਲ ਵਿਚਾਰ ਸਾਡੇ ਆ। ਆਹ ਪ੍ਰੋਬਲਮ ਆ ਰਹੀ ਆ। ਹੁਣ ਅਸੀਂ ਹਰ ਸਟੇਜ 'ਤੇ ਇੱਕ ਸ਼ਬਦ ਬੋਲਦੇ ਹਾਂ ਵੀ ਤੁਸੀਂ ਆਪ ਗੁਰਬਾਣੀ ਪੜ੍ਹੋ, ਸਹਿਜ ਪਾਠ ਕਰੋ, ਅਤੇ ਸਾਨੂੰ ਪੂਰਨ ਵਿਸ਼ਵਾਸ ਆ ਕਿ ਤੁਸੀਂ 10-15 ਅੰਕ ਤੱਕ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ, ਤੁਹਾਡੀ ਪਿਕਚਰ ਕਲੀਅਰ ਹੋ ਜਾਣੀ ਹੈ ਵੀ ਗੁਰੂ ਸਾਹਿਬ ਕੀ ਕਹਿ ਰਿਹਾ ਤੇ ਅਸੀਂ ਕਰ ਕੀ ਰਹੇ ਹਾਂ। ਹਾਂਜੀ। ਅੱਜ ਇੱਕ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ ਰਹੀ ਹੈ ਜੀ? ਹਾਂਜੀ। ਭਾਵੇਂ ਕੋਈ ਕਿਸੇ ਗੁਰਦੁਆਰੇ ਗ੍ਰੰਥੀ ਆ, ਕੋਈ ਰਾਗੀ ਆ, ਕੋਈ ਢਾਡੀ ਆ, ਕੋਈ ਕਵੀਸ਼ਰ ਵਾ, ਜਾਂ ਈਵਨ ਮੈਂ ਕਹਿੰਦਾ ਕੋਈ ਗੁਰਦੁਆਰਾ ਦਾ ਪ੍ਰਬੰਧਕ ਵੀ ਆ, ਜੇ ਉਹ ਗੁਰਮਤਿ ਦੀ ਗੱਲ ਕਰ ਰਿਹਾ ਤੇ ਜਿਹੜੇ ਸਰੋਤੇ ਨੂੰ ਸੰਗਤ ਵਿੱਚ ਗੁਰਮਤਿ ਦੀ ਖੁਦ ਨੌਲੇਜ ਨਹੀਂ ਹੈਗੀ, ਠੀਕ ਹੈ,
ਉਹਦੇ ਅੰਦਰ ਇੱਕ ਪ੍ਰੋਬਲਮ ਆਉਣੀ ਉਹਨੇ ਕਹਿਣਾ ਵੀ ਇਹ ਕੋਲੋਂ ਗੱਲਾਂ ਕਹਿ ਰਹੇ ਆ ਤੇ ਲੜਾਈਆਂ ਪਾ ਰਹੇ ਆ। ਪਰ ਜਦੋਂ ਗੁਰਬਾਣੀ ਉਹਨੇ ਖੁਦ ਪੜ੍ਹੀ ਹੋਏਗੀ ਉਹਨੂੰ ਲੱਗਣਾ ਵੀ ਨਹੀਂ ਇਹ ਤੇ ਸਭ ਕੁਝ ਗੁਰਬਾਣੀ ਵਿੱਚ ਲਿਖਿਆ ਹੋਇਆ ਵਾ। ਹੁਣ ਜਿਹੜੇ ਸਾਨੂੰ ਕਹਿ ਰਹੇ ਆ ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਨੂੰ ਜਿਹੜੀ ਵੀ ਗੱਲ ਕਹਿਣੀ ਤੁਸੀਂ ਗੁਰਬਾਣੀ ਦੀ ਦਲੀਲ ਨਾਲ ਸਾਡੇ ਨਾਲ ਗੱਲ ਕਰੋ। ਹੁਣ ਪ੍ਰੋਬਲਮ ਇਹ ਆ ਵੀ ਗੁਰਬਾਣੀ ਦੀ ਦਲੀਲ ਹੈ ਨਹੀਂ ਗੀ, ਜਾਂ ਸਾਨੂੰ ਗਾਲਾਂ ਕੱਢ ਲੈਣਗੇ ਉਹ ਬਸ ਵੀ ਇਹ ਤੇ ਨਾਸਤਕ ਆ ਜੀ, ਇੱਦਾਂ ਦੇ ਸ਼ਬਦ ਕਈ ਵਾਰੀ ਤੇ ਕਾਮਰੇਡ ਆ ਜੀ, ਇਹ ਤੇ ਬਹੁਤ ਕੋਈ ਸ਼ਬਦ ਸਾਨੂੰ ਸੁਣਨ ਨੂੰ ਮਿਲਦੇ ਆ ਪਰ ਅਸੀਂ ਪਰਵਾਹ ਨਹੀਂ ਕਰਦੇ। ਪਰ ਆਪਣੀ ਜ਼ਿੰਦਗੀ 'ਚ ਮੈਂ ਕਈ ਐਸੇ ਇਨਸਾਨ ਨੇ ਵੇਖੇ ਆ ਜਿਹੜੇ 2 ਸਾਲ ਪਹਿਲਾਂ ਗਾਲਾਂ ਕੱਢਦੇ ਜਦੋਂ ਉਹਨਾਂ ਨੇ ਖੁਦ ਪੜ੍ਹ ਕੇ ਵੇਖਿਆ ਹੁੰਦੇ ਨਹੀਂ ਯਾਰ ਅਸੀਂ ਗਲਤ ਸੀ। ਅਸੀਂ ਕਦੀ ਦਾਅਵਾ ਨਹੀਂ ਕਰਦੇ ਕਿ ਜੋ ਅਸੀਂ ਕਹਿੰਦੇ ਉਹ ਸਹੀ ਆ। ਅਸੀਂ ਹਰ ਸਟੇਜ 'ਤੇ ਕਹਿੰਦੇ ਆ ਤੁਸੀਂ ਗੁਰਬਾਣੀ ਆਪ ਪੜ੍ਹ ਲਓ। ਤੁਸੀਂ ਜਦੋਂ ਤੁਸੀਂ ਗੁਰਬਾਣੀ ਆਪ ਪੜ੍ਹੋਗੇ ਆਪ ਉਹਦੀ ਵਿਚਾਰ ਕਰੋਗੇ ਤੁਹਾਨੂੰ ਸਮਝ ਆ ਜਾਣੀ ਆ ਵੀ ਜਿਹੜੇ ਤੁਸੀਂ ਕਰਮ ਕਾਂਡ ਨਿਭਾ ਰਹੇ ਜੇ ਗੁਰਬਾਣੀ ਇਹਨਾਂ ਕਰਮ ਕਾਂਡਾਂ ਤੋਂ ਰੋਕਦੀ ਆ। ਹੁਣ ਮੈਂ ਐਗਜ਼ਾਮਪਲ ਦਿੰਦਾ, ਜਦੋਂ ਅਸੀਂ ਗੱਲ ਕਰਾਂਗੇ ਵੀ ਤੁਸੀਂ ਕਿਸੇ ਮੱਠੀ ਕਬਰ ਦੀ ਪੂਜਾ ਨਹੀਂ ਕਰਨੀ, ਜਿਹੜੇ ਬੰਦੇ ਨੇ ਬਾਣੀ ਨਹੀਂ ਪੜ੍ਹੀ ਉਸ ਪਰਿਵਾਰ ਨੂੰ ਲੱਗਣਾ ਵਾ ਵੀ ਇਹ ਗੱਲ ਕੋਲੋਂ ਕਹਿ ਰਿਹਾ ਸਾਨੂੰ ਇਹ ਬੰਦੇ ਕਬਰਾਂ ਤੋਂ ਤੋੜ ਰਹੇ ਆ। ਪਰ ਜਦੋਂ ਗੁਰਬਾਣੀ ਪੜ੍ਹਨਗੇ ਗੁਰਬਾਣੀ 'ਚ ਲਿਖਿਆ ਦੁਬਦਾ ਨਾ ਪੜ੍ਹੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਲ ਨਾ ਜਾਈ। ਇੱਦਾਂ ਜਦੋਂ ਅਸੀਂ ਸ਼ਖਸੀ ਪੂਜਾ ਤੋਂ ਰੋਕਦੇ ਹਾਂ, ਜਦੋਂ ਖੁਦ ਗੁਰਬਾਣੀ ਪੜ੍ਹਨਗੇ ਉਹਨਾਂ ਕਹਿਣਾ ਨਹੀਂ ਵੀ ਸ਼ਖਸੀ ਪੂਜਾ ਤੋਂ ਗੁਰਬਾਣੀ ਤੋਂ ਰੋਕਦੀ ਆ। ਹੁਣ ਇੱਦਾਂ ਜੇ ਤੁਸੀਂ ਇਹ ਵੇਖੋਗੇ ਇੱਦਾਂ ਤੇ ਤੁਸੀਂ ਕਿਸੇ ਵੀ ਵਿਸ਼ੇ ਤੇ ਗੱਲ ਕਰਕੇ ਵੇਖ ਲਓ। ਹੁਣ ਸੰਗਤ ਮੰਨ ਲਓ 2000 ਬੰਦਾ ਬੈਠਾ ਵਾ, ਤੁਸੀਂ ਕੋਈ ਵੀ ਟੌਪਿਕ ਛੇੜ ਕੇ ਵੇਖ ਲਓ ਤੁਹਾਨੂੰ ਹਰ ਵਿਸ਼ੇ ਨਾਲ ਸੰਬੰਧਿਤ ਉੱਥੇ ਬੰਦਾ ਬੈਠਾ ਹੋਇਆ ਵਾ। ਨਸ਼ੇ ਕਰਨ ਵਾਲੇ ਨੂੰ ਗੱਲ ਗੁਰਬਾਣੀ ਨਹੀਂ ਚੰਗੀ ਲੱਗਣੀ, ਜਿਹੜਾ ਬੰਦਾ ਸਕੇ ਭਰਾ ਦਾ ਹੱਕ ਮਾਰ ਕੇ ਬੈਠਾ ਵਾ ਬੇਈਮਾਨੀ ਕਰਦਾ ਵਾ ਜਦੋਂ ਅਸੀਂ ਉਹਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਣਾ ਵੀ ਬਾਣੀ ਇਮਾਨਦਾਰੀ ਦੀ ਗੱਲ ਕਰਦੀ ਆ ਉਹਨੇ ਕਹਿਣਾ ਯਾਰ ਇਹ ਤੇ ਕੂੜ ਪ੍ਰਚਾਰ। ਹੁਣ ਅਸੀਂ ਨਹੀਂ ਕਹਿ ਰਹੇ ਬਾਣੀ ਕਹਿੰਦੀ ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਹੁਣ ਇਹ ਜਿਹੜੇ ਸਾਨੂੰ ਇਹ ਗੱਲਾਂ ਕਹਿੰਦੇ ਵੀ ਆ ਨਾ ਅਸੀਂ ਉਹਨਾਂ ਨੂੰ ਇੱਕੋ ਬੇਨਤੀ ਕਰਦੇ ਆ ਵੀ ਤੁਸੀਂ ਸਾਡੇ ਤੇ ਬਿਲਕੁਲ ਵਿਸ਼ਵਾਸ ਨਾ ਕਰੋ। ਤੁਸੀਂ ਖੰਡੀਆਂ ਕੋਲ ਜਾਂਦੇ ਜੇ ਕਿਉਂਕਿ ਅੱਜ ਗੁਰਬਾਣੀ ਦੀ ਵਿਚਾਰ ਤੋਂ ਕੋਹਾਂ ਦੂਰ ਗਿਆ ਸਮਾਜ। ਦੇਹਧਾਰੀ ਪਖੰਡਵਾਦ ਵਿੱਚ ਫੈਲਿਆ ਹੋਇਆ ਵਾ। ਪੜ੍ਹਿਆ ਲਿਖਿਆ ਵਰਗ ਵੀ ਜਿਹੜੇ ਬੰਦਿਆਂ ਨੇ ਸਕੂਲ ਦਾ ਮੂੰਹ ਨਹੀਂ ਵੇਖਿਆ ਉਹਨਾਂ ਦੇ ਪੈਰਾਂ 'ਚ ਬੈਠੇ ਆ। ਤੁਸੀਂ ਵੇਖੋ ਸਾਡੇ ਸਮਾਜ ਦੇ ਹਾਲਾਤ ਕਈ ਵਾਰੀ ਇਹ ਵੇਖਦੇ ਵੀ ਉਹ ਜਿਹੜੇ ਬੰਦੇ ਆ ਮਤਲਬ ਪਤਾ ਹੀ ਕੱਖ ਨਹੀਂ ਜਿਹਨਾਂ ਨੂੰ ਈਵਨ ਇੱਥੇ ਤੱਕ ਵੀ ਅਰਦਾਸ ਕਰਨੀ ਵੀ ਨਹੀਂ ਆਉਂਦੀ ਕੋਈ ਪਾਠ ਕਰਨਾ ਵੀ ਨਹੀਂ ਆਉਂਦਾ ਉਹਨਾਂ ਦੇ ਵੀ ਪੈਰਾਂ 'ਚ ਇੱਦਾਂ ਮੱਥੇ ਟੇਕ ਕੇ ਤੇ ਉਹ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਸਾਡੀਆਂ ਗੱਲਾਂ ਕਿੱਥੋਂ ਚੰਗੀਆਂ ਲੱਗਣਗੀਆਂ ਜੀ। ਤੁਸੀਂ ਕਿੰਨੀ ਦੇਰ ਤੋਂ ਬਾਹਰ ਆ ਰਹੇ ਹੋ ਜੀ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਆਂ ਦੇ ਵਿੱਚ? ਮੇਰੇ ਖਿਆਲ 'ਚ ਹੋ ਹੀ ਗਿਆ 10-12 ਸਾਲ। ਹਾਂ 10-12 ਸਾਲ ਤੋਂ ਲਗਾਤਾਰ। ਹਾਂਜੀ। ਤੁਸੀਂ ਕਿੰਨੇ ਕੁ ਆਉਣ ਤੋਂ ਪਹਿਲਾਂ ਤੁਸੀਂ ਕਿੰਨੇ ਕੁ ਐਰੋਪਲੇਨ ਚੜਾਏ ਸੀਗੇ ਬਾਬਿਆਂ ਦੇ ਕੋਲ ਬਾਹਰ ਜਾਣਾ? ਵਧੀਆ ਸਵਾਲ ਤੁਸੀਂ ਕੀਤਾ। ਅਸਲ ਦੇ ਵਿੱਚ ਪ੍ਰੋਬਲਮ ਇਹ ਆ ਵੀ ਇਹ ਵੀ ਗੱਲ ਤਾਂ ਹੀ ਸ਼ੁਰੂ ਹੋ ਗਈ ਪੰਜਾਬ 'ਚ। ਹੁਣ ਮੈਂ ਕਈ ਡੇਰੇ ਗੁਰਦੁਆਰੇ ਕਹਿ ਨਹੀਂ ਸਕਦੇ ਆਪਾਂ ਉੱਥੇ ਲੋਕੀ ਪਲੇਨ ਚੜਾ ਰਹੇ ਆ। ਪਹਿਲਾਂ ਤਾਂ ਮੇਰੇ ਖਿਆਲ ਜਲੰਧਰ ਲੱਗ ਕੇ ਗੁਰਦੁਆਰਾ ਸੀ ਹੁਣ ਤੇ ਕਈਆਂ ਗੁਰਦੁਆਰਿਆਂ 'ਚ ਸ਼ੁਰੂ ਹੋ ਗਿਆ। ਹਾਂ ਸ਼ੁਰੂ ਹੋ ਗਿਆ। ਮਤਲਬ ਇਹ ਗੱਲਾਂ ਅਸਲ ਦੇ ਵਿੱਚ ਕਾਰਨ ਇਹ ਆ ਵੀ ਜਦੋਂ ਕੋਈ ਇੱਕ ਪਰਿਵਾਰ ਅਰਦਾਸ ਕਰਦਾ ਕਿਤੇ ਉਹਦੇ ਗੱਲ ਤੇ ਬਣਨੀ ਪੇਪਰਾਂ ਤੇ ਤੁਹਾਡੇ। ਠੀਕ ਹੈ ਤੁਹਾਡੇ ਪੇਪਰ ਵਰਕ ਤੇ ਗੱਲ ਬਣਨੀ ਵੀ ਤੁਹਾਡੇ ਪੇਪਰ ਸਹੀ ਆ ਤੇ ਗੱਲ ਬਣ ਜਾਣੀ, ਜੇ ਨਹੀਂ ਤੇ ਜੋ ਮਰਜ਼ੀ ਹੋ ਜਾਏ ਫਿਰ ਨਾ ਹੋ ਸਕਦੀ ਆ। ਪਰ ਸਾਡੇ ਲੋਕਾਂ ਦੀ ਗੱਲ ਕਹਿ ਲਓ ਵੀ ਅੰਧੀ ਰਹੀ ਹੈ ਤੇ ਗਿਆਨ ਵੀ ਹੋਣ ਵਾਲੀ ਗੱਲ ਵਾ। ਕਿਤੇ ਪਲੇਨ ਚੜ੍ਹ ਰਹੇ ਆ ਗੁਰਦੁਆਰਿਆਂ ਵਿੱਚ ਨਾ ਪ੍ਰਬੰਧਕ ਹੀ ਰੋਕ ਰਹੇ ਆ। ਲੋਕਾਂ ਦੇ ਭਾਈ ਸਾਹਿਬ ਜੀ ਇਹਨਾਂ ਦੀ ਸ਼ਰਧਾ ਜੀ ਅਸੀਂ ਤਾਂ ਕਈਆਂ ਗੁਰਦੁਆਰਿਆਂ ਜਾ ਕੇ ਗੱਲਾਂ ਕਹਿੰਦੇ ਆ ਵੀ ਨਾ ਕਰੋ ਵੀ ਇੱਦਾਂ ਤੇ ਤੁਸੀਂ ਹੌਲੀ ਹੌਲੀ ਜੇ ਹਿਸਾਬ ਨਾਲ ਆਪਣਾ ਪ੍ਰੋਬਲਮ ਆ ਰਹੀ ਹੈ ਤੇ ਤੁਸੀਂ ਵੇਖੋ ਗੁਰਦੁਆਰੇ ਜਗ੍ਹਾ ਹੀ ਨਹੀਂ ਹੋਣੀ ਪਲੇਨ ਰੱਖਣ ਵਾਸਤੇ। ਤੇ ਮਤਲਬ ਇਹ ਗੱਲ ਫਿਰ ਹੁਣ ਗੱਲ ਉਹ ਤੁਹਾਡੀ ਹੁਣੇ ਜਿਹੜੀ ਤੁਸੀਂ ਪਹਿਲਾਂ ਕੁਐਸਚਨ ਕੀਤਾ ਉਹਦਾ ਜਵਾਬ ਆਪਣੇ ਆਪ ਮਿਲ ਗਿਆ। ਹੁਣ ਜਿਹੜੇ ਬੰਦੇ ਪਲੇਨ ਚੜਾ ਰਹੇ ਜਦੋਂ ਅਸੀਂ ਗੱਲ ਬੋਲਾਂਗੇ ਉਹਨਾਂ ਨੇ ਕਹਿਣਾ ਤੇ ਗਲਤ ਪ੍ਰਚਾਰ ਕਰਦੇ ਜੀ। ਉਹਨੇ ਇਹ ਨਹੀਂ ਕਹਿਣਾ ਸਾਡੀ ਗਲਤੀ ਆ। ਉਹਨਾਂ ਨੇ ਮਤਲਬ ਸਾਡੇ ਪ੍ਰਚਾਰ ਨੂੰ ਵੀ ਗਲਤ ਕਹਿਣਾ ਵੀ ਤੇ ਕੋਲੋਂ ਆਪਣੇ ਗੱਲਾਂ ਕਹਿ ਰਹੇ ਆ। ਹੁਣ ਪ੍ਰੋਬਲਮ ਇਹ ਆ ਵੀ ਬਹੁਤੇ ਰਾਗੀ ਪ੍ਰਚਾਰ ਕੇ ਟੌਪਿਕ ਤੇ ਤਾਂ ਨਹੀਂ ਬੋਲਦੇ ਕਹਿੰਦੇ ਜੀ ਸੰਗਤ ਗੁੱਸਾ ਕਰ ਜਾਂਦੀ ਹੈ। ਸੰਗਤ ਨਾਰਾਜ਼ ਹੋ ਜਾਂਦੀ ਹੈ। ਹੁਣ ਜੇ ਹੁਣ ਤੁਹਾਡੀ ਲਾਈਨ ਡਾਕਟਰੀ ਆ ਤੁਸੀਂ ਵੀ ਮਰੀਜ਼ ਨੂੰ ਕਈ ਵਾਰੀ ਕਹਿੰਦੇ ਹੋ ਕਿ ਵੀ ਆਹ ਨਾ ਖਾਈ ਤੇਰੇ ਸਰੀਰ ਲਈ ਫਿੱਟ ਨਹੀਂ ਬਹਿੰਦਾ। ਹੁਣ ਜੇ ਤੁਸੀਂ ਇਹ ਵੇਖੋ ਜੀ ਮਰੀਜ਼ ਗੁੱਸਾ ਨਾ ਕਰ ਜੇ ਤੁਸੀਂ ਤੇ ਫਿਰ ਮਰੀਜ਼ ਦੇ ਜੀਵਨ ਨਾਲ ਧੱਕਾ ਕੀਤਾ ਨਾ। ਤੁਹਾਨੂੰ ਆਪਣੇ ਕਿੱਤੇ ਦੇ ਹਿਸਾਬ ਨਾਲ ਦੱਸਣਾ ਹੀ ਪੈਣਾ ਕਿ ਭਾਈ ਆਹ ਚੀਜ਼ ਤੇਰੀ ਬੋਡੀ ਲਈ ਫਿੱਟ ਨਹੀਂ ਹੈਗੀ। ਉਹ ਖਾਵੇ ਨਾ ਖਾਵੇ ਪਰਹੇਜ਼ ਕਰੇ ਨਾ ਕਰੇ ਉਹ ਮਰਜ਼ੀ ਉਹਦੀ ਆਪਣੀ। ਆਪਣੇ ਗੁਰਮਤਿ ਅਨੁਸਾਰ ਇਹ ਕਹਿੰਦੇ ਕਿਸੇ ਦੀ ਰੋਜੀ ਰੋਟੀ ਤੇ ਲੱਤ ਮਾਰਨੀ ਇਹ ਇੱਕ ਪਾਪ ਆ। ਹੁਣ ਇੱਕ ਬੰਦਾ ਆਪਣੀ ਰੋਜੀ ਰੋਟੀ ਚਲਾ ਰਿਹਾ ਵਾ ਜਿਸ ਤਰ੍ਹਾਂ ਉਹ ਪਖੰਡ ਕਰ ਰਿਹਾ ਲੋਕਾਂ ਕੋਲ ਪੈਸੇ ਲੈ ਰਿਹਾ ਵਾ ਲੋਕਾਂ ਨੂੰ ਦੁੱਧ ਪੁੱਤ ਦੀ ਦਾਤ ਦੇਣ ਦਾ ਦਾਅਵਾ ਕਰ ਰਿਹਾ। ਤੇ ਜਦੋਂ ਉਹ ਤੁਹਾਡੇ ਨਾਲ ਕੋਈ ਗੱਲਬਾਤ ਹੁੰਦੀ ਜਾਂ ਤੁਹਾਡੇ ਨਾਲ ਕੋਈ ਉਹਨਾਂ ਦੇ ਸਰਦਾਰੂ ਆ ਜਾਂਦੇ ਆ ਉਹ ਬਿਲਕੁਲ ਚੇਂਜ ਹੋ ਜਾਂਦੇ ਆ ਫਿਰ ਉਹਨਾਂ ਨੂੰ ਬਹੁਤ ਗੁੱਸਾ ਚੜਦਾ ਤੁਹਾਡੇ ਤੇ। ਬਿਲਕੁਲ ਚੜਦਾ। ਤੇ ਫਿਰ ਉਹ ਵੀ ਕਹਿੰਦੇ ਵੀ ਸਾਡੀ ਰੋਜੀ ਰੋਟੀ ਤੇ ਲੱਤ ਮਾਰ ਰਹੇ ਆ।
ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੁਸੀਂ ਵਾਕਿਆ ਉਹਦੇ ਰੋਜੀ ਰੋਟੀ ਤੇ ਲੱਤ ਮਾਰ ਰਹੇ ਕਿ ਜਾਂ ਫਿਰ ਤੇ ਇਸ ਹਿਸਾਬ ਨਾਲ ਗੁਰੂ ਸਾਹਿਬ ਤੋਂ ਜਦੋਂ ਆਪਾਂ ਵੇਖਦੇ ਹਾਂ, ਗੁਰੂ ਸਾਹਿਬ ਨੇ ਜਿਵੇਂ ਪਖੰਡਵਾਦ ਤੋਂ ਲੋਕਾਂ ਨੂੰ ਰੋਕਿਆ, ਫਿਰ ਤੇ ਬੜਿਆਂ ਲੋਕਾਂ ਦੀ ਰੋਜੀ ਰੋਟੀ ਬੰਦ ਹੋਈ ਹੋਏਗੀ। ਫਿਰ ਤੇ ਜੇ ਆਪਾਂ ਇਸ ਹਿਸਾਬ ਨਾਲ ਵੇਖੀਏ ਇਹ ਤੇ ਬੜਿਆਂ ਲੋਕਾਂ ਦੀ ਰੋਜੀ ਰੋਟੀ ਬੰਦ ਹੋਈ ਹੋਏਗੀ। ਫਿਰ ਤੇ ਗੁਰੂ ਸਾਹਿਬ ਗੱਲ ਸਮਝਣ ਦੀ ਲੋੜ ਸੀ ਕਿ ਇੱਕ ਹੁੰਦੀ ਤੁਸੀਂ ਆਪਣੀ ਸਹੀ ਕਿਰਤ ਕਰਨੀ, ਤੁਸੀਂ ਸਹੀ ਕਿਰਤ ਕਰ ਰਹੇ ਬੰਦੇ ਦੇ ਜਾ ਕੇ ਵਿਘਨ ਪਾਓ ਦੇ ਕਾਰੋਬਾਰ 'ਚ, ਵਾਕਿਆ ਤੁਸੀਂ ਉਹਦੇ ਨਾਲ ਤੁਸੀਂ ਧੱਕਾ ਕਰ ਰਹੇ ਜੀ। ਇੱਕ ਬੰਦਾ ਟਰੈਕ ਗਲਤ ਤੇ ਚੜਿਆ, ਹਾਂਜੀ, ਹੁਣ ਮਲਕ ਭਾਗਵਤ ਦੇ ਘਰ ਗੁਰੂ ਸਾਹਿਬ ਜਾਂਦੇ ਨਹੀਂ, ਉਹਨੂੰ ਆਖਦੇ ਵੀ ਤੇਰੀ ਤੇ ਰੋਟੀ ਤੇ ਵਿੱਚ ਦੂਜਿਆਂ ਦਾ ਖੂਨ ਵਾ। ਇਹਦਾ ਮਤਲਬ ਗੁਰੂ ਸਾਹਿਬ ਉਹਦੀ ਰੋਜੀ ਰੋਟੀ 'ਚ ਲੱਤ ਮਾਰ ਰਿਹਾ ਵੀ ਮੈਂ ਤੇਰੀ ਰੋਜੀ ਰੋਟੀ ਮੈਨੂੰ ਪਸੰਦ ਹੀ ਨਹੀਂ। ਗੁਰੂ ਸਾਹਿਬ ਕਹਿ ਰਹੇ, ਗੁਰੂ ਸਾਹਿਬ ਕਹਿੰਦੇ ਮੈਨੂੰ ਤੇਰੀ ਤੇ ਰੋਜੀ ਪਸੰਦ, ਤੇਰੀ ਰੋਟੀ ਨਹੀਂ ਪਸੰਦ ਮੈਨੂੰ। ਕਿਉਂ? ਕਿਉਂਕਿ ਤੇਰੀ ਰੋਟੀ ਵਿੱਚ ਦੂਜਿਆਂ ਦਾ ਖੂਨ ਵਾ। ਭਾਈ ਲਾਲੋ ਦੇ ਘਰ ਜਾ ਰਹੇ ਆ ਕਿਉਂਕਿ ਭਾਈ ਲਾਲੋ ਦੀ ਕਮਾਈ ਜਿਹੜੀ ਉਹ ਨੇਕ ਵਾ। ਇਹਦਾ ਮਤਲਬ ਗੁਰੂ ਸਾਹਿਬ ਇੱਕ ਬੰਦੇ ਦੀ ਰੋਜੀ ਰੋਟੀ ਨੂੰ ਪਸੰਦ ਕਰ ਰਿਹਾ, ਇੱਕ ਬੰਦੇ ਦੀ ਰੋਜੀ ਰੋਟੀ ਨੂੰ ਪਸੰਦ ਨਹੀਂ ਕਰ ਰਿਹਾ। ਉੱਥੇ ਵੇਖਣਾ ਪੈਣਾ ਵੀ ਉਹਦੀ ਰੋਟੀ ਕਿੱਥੋਂ ਆਈ ਆ। ਉਹਦੀ ਰੋਟੀ ਆਪਣੀ 10 ਨੌਆਂ ਦੀ ਕਿਰਤ ਕਮਾਈ ਆ, ਉਹਦੀ ਰੋਟੀ ਵਿੱਚ ਦੂਜਿਆਂ ਦਾ ਬਲੱਡ ਵਾ, ਖੂਨ ਵਾ, ਧੋਖਾ ਕੀਤਾ ਵਾ, ਬੇਈਮਾਨੀ ਕੀਤੀ ਆ। ਇਹ ਤੁਹਾਨੂੰ ਵੇਖਣਾ ਪੈਣਾ ਵੀ ਕਿਹੜਾ ਬੰਦਾ ਕਿੱਦਾਂ ਪਾਲ ਰਿਹਾ, ਕਮਾਈ ਕਿੱਦਾਂ ਕਰ ਰਿਹਾ, ਕਿਦਾਂ ਨੁਕਸਾਨ ਤਾਂ ਨਹੀਂ ਕਰ ਰਿਹਾ। ਹੁਣ ਇਦਾਂ ਤੇ ਆਪਾਂ ਜਦੋਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹ ਕੇ ਵੇਖੋਗੇ ਜਿਹੜੇ ਲੋਕ ਲੁੱਟ ਖਸੁੱਟ ਬੇਈਮਾਨੀਆਂ ਕਰ ਰਹੇ ਸੀ, ਹੁਣੇ ਆਪਾਂ ਪੜ੍ਹ ਕੇ ਵੀ ਹਟੇ ਵੀ ਹੱਕ ਪਰਾਇਆ ਨਾਨਕਾ। ਜਦੋਂ ਗੁਰੂ ਸਾਹਿਬ ਪਰਾਏ ਹੱਕ ਦੀ ਗੱਲ ਕਰ ਰਹੇ ਆ ਤੇ ਪਖੰਡਵਾਦ ਕਰਮਕਾਂਡ ਇਹ ਵੀ ਇੱਕ ਕ੍ਰਾਈਮ ਆ। ਸਮਾਜ ਨੂੰ ਗਲਤ ਰਸਤੇ ਪਾ ਕੇ ਆਪਣੀ ਰੋਜੀ ਰੋਟੀ ਚਲਾਉਣੀ ਇਹ ਵੀ ਇੱਕ ਕ੍ਰਾਈਮ ਆ। ਹੁਣ ਅਸੀਂ ਸਟੇਜਾਂ ਤੇ ਗੱਲਾਂ ਬੋਲਦੇ ਸੀ, ਕਹਿੰਦੇ ਭਾਈ ਤੁਸੀਂ ਕਿਸੇ ਤੇ ਵਿਸ਼ਵਾਸ ਨਾ ਕਰੋ, ਤੁਸੀਂ ਮੰਨਣਾ ਨਹੀਂ ਵੀਰ ਜੀ। ਅਸੀਂ ਪੰਜਾਬ ਦੇ ਪਿੰਡਾਂ ਜਦੋਂ ਸਾਡੇ ਕੈਂਪ ਲੱਗਦੇ ਆ, ਅਸੀਂ ਉੱਥੇ ਕਹਿੰਦੇ ਆ ਵੀ ਤੁਸੀਂ ਆਪ ਗੁਰਬਾਣੀ ਪੜ੍ਹੋ, ਤੁਹਾਨੂੰ ਦੂਜੇ ਪਿੰਡ ਚੋਂ ਪ੍ਰਚਾਰਕ ਬੁਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਤੁਹਾਡੇ ਬੱਚੇ, ਇਹਦਾ ਫਾਇਦਾ ਹੋਇਆ, ਬੱਚੇ ਹੁਣ ਖੁਦ ਅਰਦਾਸਾਂ ਕਰਦੇ ਆ, ਬੱਚੇ ਹੁਣ ਆਪ ਗੁਰਬਾਣੀ ਪੜ੍ਹਦੇ ਆ। ਜਦੋਂ ਅਸੀਂ ਕਿਸੇ ਪਿੰਡਾਂ ਜਾਂਦੇ ਆ, ਵੈਰੋ ਕੇ ਪਿੰਡ ਸਮਾਗਮ ਸਾਡਾ ਪਿਛਲੇ 2-3 ਮਹੀਨੇ ਪਹਿਲਾਂ ਲੱਗਾ, ਉਸੇ ਪਿੰਡ ਦੇ ਬੱਚਿਆਂ ਨੇ ਕੀਰਤਨ ਕੀਤਾ, ਪਿੰਡ ਦੇ ਬੱਚੇ ਹੀ ਅਰਦਾਸ ਕਰਦੇ ਆ। ਹੁਣ ਅਸੀਂ ਲੰਡੇ ਪਿੰਡ ਸਮਾਗਮ ਮੋਗੇ ਜ਼ਿਲ੍ਹੇ ਦੇ ਵਿੱਚ ਕਰਕੇ ਆਏ ਆ, ਉੱਥੇ ਬੱਚੀਆਂ ਹੀ ਅਰਦਾਸ ਕਰਦੀਆਂ। ਮਤਲਬ ਤੁਸੀਂ ਵੇਖੋ ਵੀ 5-5, 10-10 ਹਜ਼ਾਰ ਦਾ ਸੰਗਤ ਦਾ ਇਕੱਠ ਹੋਵੇ, ਜਦੋਂ ਇੱਕ ਧੀ ਅਰਦਾਸ ਕਰੂਗੀ, ਧੀ ਮੁੱਖ ਵਖ ਲਊਗੀ, ਕਿੰਨਾ ਲੋਕਾਂ ਨੂੰ ਉਤਸ਼ਾਹ ਹੁੰਦਾ। ਕੱਲ੍ਹ ਨੂੰ ਜਦੋਂ ਬੱਚਿਆਂ ਦੇ ਵਿਆਹ ਹੋਣਗੇ, ਉਹ ਘਰੋਂ ਖਜ਼ਾਨਾ ਲੈ ਕੇ ਜਾਣਗੇ ਵੀ ਅਸੀਂ ਗੁਰਬਾਣੀ ਆਪ ਪੜ੍ਹਨੀ ਆ। ਹੁਣ ਇਹ ਹਿਸਾਬ ਨਾਲ ਤੇ ਫਿਰ ਅਸੀਂ ਜਿਹੜੇ ਗ੍ਰੰਥ, ਇਹ ਹਿਸਾਬ ਨਾਲ ਤਾਂ ਅਸੀਂ ਫਿਰ ਆਪਣੀ ਰੋਜੀ ਰੋਟੀ 'ਚ ਵੀ ਲੱਤ ਮਾਰ ਰਹੇ ਵੀ ਅਸੀਂ ਲੋਕਾਂ ਨੂੰ ਇਹ ਗਿਆਨ ਸਿਖਾ ਰਹੇ ਵੀ ਤੁਸੀਂ ਤੁਹਾਨੂੰ ਕਿਸੇ ਦੀ ਬੁਲਾਉਣ ਦੀ ਜ਼ਰੂਰਤ ਨਹੀਂ। ਪਰ ਗੁਰੂ ਸਾਹਿਬ ਨੇ ਇਹੋ ਕੰਮ ਹੀ ਸ਼ੁਰੂ ਕੀਤਾ ਸੀ। ਗੁਰੂ ਸਾਹਿਬ ਕਹਿੰਦਾ ਹਰ ਸਿੱਖ ਅਰਦਾਸ ਕਰੇ, ਹਰ ਸਿੱਖ ਬਾਣੀ ਆਪ ਪੜ੍ਹੇ, ਤੁਹਾਨੂੰ ਕਿਸੇ ਦਾ ਮੁਹਤਾਜ ਨਹੀਂ ਹੋਣਾ ਚਾਹੀਦਾ। ਇਹ ਅਸੀਂ ਗੱਲਾਂ ਰੋਜ਼ ਸਟੇਜਾਂ ਤੇ ਬੋਲਦੇ ਆ ਕਿ ਤੁਹਾਨੂੰ ਤੇ ਪ੍ਰਚਾਰਕ ਵੀ ਬਾਹਰੋਂ, ਮੈਂ ਕਹਿੰਦਾ ਮੈਂ ਬੇਕਰ ਸਪੀਡ ਦੀ ਗੱਲ ਹੀ ਮੈਂ ਕਰਦਾ, ਮੈਂ ਕਹਿੰਦਾ ਇੱਥੇ ਹੀ ਅਗਲੇ ਸਾਲ ਤੁਸੀਂ ਕੋਈ ਇੱਥੋਂ ਪ੍ਰਚਾਰਕ ਕਵੇ ਉੱਠ ਕੇ ਵੀ ਮੈਂ ਆਪ ਗੁਰਬਾਣੀ ਦੀ ਵਿਚਾਰ ਕਰਨੀ। ਜੇ ਅਸੀਂ ਬਾਕੀ ਸਾਰੇ ਕੰਮ ਸਿੱਖ ਸਕਦੇ ਹਾਂ। ਹੁਣ ਇੱਕ ਬੀਬੀ ਘਰ 'ਚ ਪ੍ਰਸ਼ਾਦਾ ਪਾਣੀ ਬਣਾਉਂਦੀ ਆ, ਬੰਦਾ ਵੀ ਬਣਾ ਲੈਂਦਾ ਚਾਹ ਪਾਣੀ ਪ੍ਰਸ਼ਾਦਾ ਪਾਣੀ। ਉਹ ਇਹ ਤਾਂ ਨਹੀਂ ਕਹਿੰਦੇ ਵੀ ਇਹਦਾ ਕੰਮ ਮੈਂ ਕੋ ਕਰ। ਹਰ ਬੰਦੇ ਨੂੰ ਹਰ ਕੰਮ ਆਪਣੀ ਜ਼ਿੰਦਗੀ 'ਚ ਕਰਨਾ ਚਾਹੀਦਾ। ਤੇ ਅਸੀਂ ਇਹੋ ਗੱਲਾਂ ਹੁਣ ਪੰਜਾਬ ਦੇ ਜਦੋਂ ਕੈਂਪ ਲੱਗਦੇ ਆ ਤੇ ਉੱਥੇ ਬੱਚੇ ਸਾਨੂੰ ਦੱਸਦੇ ਜੇ ਅਸੀਂ ਸਹਿਜ ਪਾਠ ਸ਼ੁਰੂ ਕਰਤਾ, ਹੁਣ ਸਾਡਾ ਦੂਜਾ ਸਹਿਜ ਪਾਠ ਸ਼ੁਰੂ ਹੋ ਗਿਆ ਵਾ। ਤਾਂ ਇਹ ਜਦੋਂ ਅਸੀਂ ਆਪ ਗੁਰਬਾਣੀ ਪੜਾਂਗੇ, ਪਖੰਡਵਾਦ ਤੋਂ ਅਸੀਂ ਬਾਹਰ ਨਿਕਲਾਂਗੇ ਤੇ ਜੀਵਨ ਬੜਾ ਸੌਖਾ ਹੋ ਜਾਊਗਾ। ਅਸੀਂ ਕਿਸੇ ਦੇ ਮੁਹਤਾਜ ਨਹੀਂ ਹੋਵਾਂਗੇ। ਸਹੀ ਗੱਲ ਹੈ। ਹਾਂਜੀ, ਜਿਸ ਤਰ੍ਹਾਂ ਸਿਆਣੇ ਕਹਿੰਦੇ ਨਾ, ਜੇ ਪਾਣੀ ਉਬਲਦਾ ਹੋਵੇ, ਹਾਂਜੀ, ਤੇ ਉਬਲਦੇ ਪਾਣੀ ਦੇ ਵਿੱਚ ਤੁਸੀਂ ਆਪਣਾ ਪਰਛਾਵਾਂ ਨਹੀਂ ਦੇ ਸਕਦੇ। ਹਾਂਜੀ ਹਾਂਜੀ, ਜੇ ਉਹ ਪਾਣੀ ਸ਼ਾਂਤ ਹੋ ਜੇ, ਹਾਂਜੀ, ਤੁਸੀਂ ਆਪਣਾ ਪਰਛਾਵਾਂ ਦੇ ਸਕਦੇ। ਇਹਦਾ ਕਹਿਣ ਦਾ ਮਤਲਬ ਇਹੀ ਆ ਵੀ ਜੇ ਕਿਸੇ ਨੂੰ ਕਿਸੇ ਗੱਲ ਦਾ ਨਹੀਂ ਪਤਾ ਜਾਂ ਉਹ ਗਲਤ ਰਾਹ ਤੇ ਜਾ ਰਿਹਾ ਵਾ, ਬਿਲਕੁਲ, ਬਜਾਏ ਕਿ ਗੁੱਸੇ ਹੋਣ ਦੇ, ਬਜਾਏ ਕਿ ਬਹਿਸ ਕਰਦੇ, ਉਹ ਵਿਚਾਰ ਵਟਾਂਦਰਾ ਕਰ ਸਕਦਾ। ਹਾਂਜੀ, ਜਿਹਦੇ ਵਿਚਾਰ ਵਟਾਂਦਰਾ ਕਰਨ ਦੇ ਬਾਵਜੂਦ ਸੁਧਰ ਜੇ, ਹਾਂਜੀ, ਤੇ ਉਹਦੀ ਜ਼ਿੰਦਗੀ 'ਚ ਪਰਿਵਰਤਨ ਆ ਸਕਦਾ। ਬਿਲਕੁਲ। ਮੇਰਾ ਕੁਐਸਚਨ ਇਹ ਆ ਵੀ ਤੁਹਾਨੂੰ ਕੋਈ ਇਹੋ ਜਿਹੇ ਬੰਦੇ ਮਿਲੇ ਆ ਜਿਹੜੇ ਬੰਦੇ ਪਹਿਲੋਂ ਏਦਾਂ ਬਾਬਿਆਂ ਦੇ ਮਗਰ ਲੱਗੇ ਸੀ ਜਾਂ ਬਾਬਾ ਪੁਣਾ ਕਰਦੇ ਸੀ, ਤੇ ਬਾਅਦ ਵਿੱਚ ਸੁਧਰ ਗਏ ਤੇ ਕਹਿੰਦੇ ਭਾਈ ਸਾਹਿਬ ਨੇ ਜ਼ਿੰਦਗੀ ਚੇਂਜ ਕਰ ਦਿੱਤੀ? ਬਹੁਤ ਮਿਲਦੇ ਆ ਜੀ। ਆਹ ਅਸੀਂ ਗੁਮਟੀ ਕਲਾ ਸਮਾਗਮ ਸੀ ਸਾਡਾ, ਮੇਰੇ ਖਿਆਲ 'ਚ ਮਹੀਨਾ ਕੁ ਪਹਿਲਾਂ ਦੀ ਗੱਲ ਆ। ਅਸੀਂ ਜਦੋਂ ਦੀਵਾਨ ਲਾ ਕੇ ਉੱਥੋਂ ਬਾਹਰ ਨਿਕਲ ਰਹੇ ਸੀ ਤੇ ਇੱਕ ਵੀਰ ਆਇਆ, ਉਹਨੇ ਫਤਿਹ ਬੁਲਾਈ ਤੇ ਮੈਨੂੰ ਕਹਿੰਦਾ ਜੀ ਮੈਂ ਬੇਸਿਕ ਤੌਰ ਤੇ ਸਾਡੇ ਦਾਦੇ ਪੜਦਾਦੇ ਨਾਮਧਾਰੀਏ ਪਰਿਵਾਰ 'ਚੋਂ। ਅੱਛਾ ਜੀ। ਮੈਂ ਕਿਹਾ ਇਹਦਾ ਕੋਈ ਕੁਐਸਚਨ ਹੋਣਾ, ਜੋ ਅੰਦਰ ਬਾਣੀ ਦੀ ਆਪਾਂ ਗੱਲ ਕੀਤੀ ਸ਼ਾਇਦ ਇਹਨੂੰ ਕੋਈ ਚੰਗੀ ਨਾ ਲੱਗੀ ਹੋਵੇ। ਹਾਂਜੀ। ਪਰ ਉਹ ਜੋ ਮੈਂ ਸੋਚਿਆ ਉਸ ਤੋਂ ਬਿਲਕੁਲ ਉਲਟ ਸੀ। ਅੱਛਾ ਜੀ। ਜਿਹੜੇ ਮੇਰੇ ਅੰਦਰ ਵਿਚਾਰ ਚੱਲ ਰਹੇ ਸੀ ਉਹਦੇ ਦੱਸਣ ਤੋਂ। ਠੀਕ ਹੈ ਜੀ। ਜਦੋਂ ਉਸ ਵਿਚਾਰ ਨੇ, ਉਹ ਵੀਰ ਨੇ ਵਿਚਾਰ ਦੱਸੇ, ਉਹ ਕਹਿੰਦੇ ਮੇਰੇ ਦਾਦੇ ਪੜਦਾਦੇ ਨਾਮਧਾਰੀਏ ਸੰਪਰਦਾ ਨਾਲ ਜੁੜੇ ਹੋਏ ਆ, ਪਰ ਮੈਂ ਹੁਣ ਗੁਰਬਾਣੀ ਦਾ ਸਹਿਜ ਪਾਠ ਕਰਨ ਲੱਗ ਪਿਆ। ਮੈਂ ਤੁਹਾਡੇ ਹੁਣ ਦੀਵਾਨ ਸੁਣਨ ਆਇਆ, ਮੈਂ ਹੌਲੀ ਹੌਲੀ ਸੁਣਦਾ ਵੀ ਹਾਂ ਤੇ ਬਾਣੀ ਦਾ ਸਹਿਜ ਪਾਠ ਵੀ ਕਰਨ ਲੱਗ ਪਿਆ। ਸ਼ਾਇਦ ਇਹ ਇੰਟਰਵਿਊ ਵੀਰ ਵੀ ਸੁਣੇ। ਅੱਛਾ ਜੀ। ਕਿ ਉਤਸ਼ਾਹ ਮਿਲਦਾ ਵਾ ਵੀ ਜਦੋਂ ਇਹੋ ਜਿਹੇ ਵੀਰ ਸਾਨੂੰ ਆਣ ਕੇ ਮਿਲਦੇ ਆ, ਅੰਦਰ ਇੱਕ ਚਾਅ ਪੈਦਾ ਹੁੰਦਾ। ਹੁਣ ਨੀਲਧਾਰੀਏ ਸੰਪਰਦਾ, ਪਿੱਛੇ ਜੇ ਸਾਡੇ ਸਮਾਗਮ ਸੀ ਜੰਡਿਆਲੇ ਦੇ ਏਰੀਏ ਦੇ ਵਿੱਚ। ਅੱਛਾ ਜੀ। ਤੇ ਉੱਥੇ ਉਹ ਵੀਰ ਆਏ, ਕਹਿੰਦੇ ਅਸੀਂ ਸਮਾਗਮ ਦੇ ਵਿੱਚ ਆਏ ਹਾਂ, ਹੁਣ ਸਾਨੂੰ ਪਤਾ ਲੱਗ ਗਿਆ ਬਾਣੀ ਦਾ।
ਬਹੁਤ ਐਸੇ ਪਰਿਵਾਰ ਆ ਜੀ ਜਿਹੜੇ ਪਹਿਲਾਂ ਡੇਰਿਆਂ ਜਾਂਦੇ ਸੀ, ਪਖੰਡਵਾਦ ਕਰਦੇ ਸੀ, ਉਹ ਆਹ ਬਾਣੀ ਪੜ੍ਹਨ ਲੱਗ ਪਏ, ਸਮਝ ਆਉਣ ਲੱਗ ਪਈ, ਆਪਣੇ ਮੂੰਹ ਦੱਸਦੇ ਕਹਿੰਦੇ ਅਸੀਂ ਤੇ ਆਪਣੀ ਜ਼ਿੰਦਗੀ ਲਾਤੀ ਜੀ ਦਾਦਿਆਂ ਪੜਦਾਦਿਆਂ ਤੋਂ, ਅਸੀਂ ਤੇ ਸਾਡੇ ਘਰਾਂ 'ਚ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਸੀ, ਅਸੀਂ ਹੁਣ ਸਹਿਜ ਪਾਠ ਕਰਨ ਲੱਗ ਪਏ। ਮਤਲਬ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਉਧਰੋਂ ਟੁੱਟ ਕੇ ਤੇ ਇੱਧਰ ਆਣ ਕੇ ਸਾਡੇ ਨਾਲ ਜੁੜ ਜਾਓ, ਅਸੀਂ ਕਹਿੰਦੇ ਸਾਨੂੰ ਕਿਸੇ ਨਾਲ ਜੁੜਨ ਦੀ ਲੋੜ ਨਹੀਂ, ਤੁਸੀਂ ਡਾਇਰੈਕਟ ਗੁਰੂ ਦੀ ਬਾਣੀ ਆਪ ਪੜ੍ਹੋ, ਗੁਰੂ ਦੇ ਸ਼ਬਦ ਨਾਲ ਜੁੜੋ, ਤੁਹਾਨੂੰ ਕਿਸੇ ਦੇ ਕੋਲੋਂ ਡਰਨ ਦੀ ਲੋੜ ਨਹੀਂ। ਈਵਨ ਇੱਥੋਂ ਤੱਕ ਜਿਹੜੀਆਂ ਧੀਆਂ ਜਿਨ੍ਹਾਂ ਘਰਾਂ ਦੇ ਵਿੱਚ ਕੇਵਲ ਬੇਟੀਆਂ ਉਹਨਾਂ ਪਰਿਵਾਰਾਂ ਨੂੰ, ਉਹਨਾਂ ਧੀਆਂ ਨੂੰ ਕਿੰਨਾ ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾਂਦਾ ਨਾ, ਕਦੀ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ। ਜਿਨ੍ਹਾਂ ਧੀਆਂ ਨੂੰ ਜਲੀਲ ਵਿਦੇਸ਼ਾਂ ਵਿੱਚ ਜਲੀਲ ਕੀਤਾ ਜਾਂਦਾ ਕਿ ਤੇਰੇ ਘਰ ਬੇਟਾ ਕਿਉਂ ਨਹੀਂ ਹੈਗਾ, ਇੰਨੀ ਸੰਪਤੀ ਦਾ ਕੀ ਕਰਾਂਗੇ, ਇੰਨੀ ਜਾਇਦਾਦ ਦਾ ਕੀ ਕਰਾਂਗੇ, ਜਦੋਂ ਉਹਨਾਂ ਧੀਆਂ ਨੂੰ ਗੁਰਬਾਣੀ ਚੋਂ ਦਲੀਲ ਦੇ ਕੇ ਸਮਝਾਈਦਾ ਵੀ ਕੱਲੀ ਪੁੱਤ ਦੀ ਗੱਲ ਨਹੀਂ ਹੈਗੀ, ਔਲਾਦ ਨਾ ਵੀ ਹੋਵੇ ਔਰਤ ਫਿਰ ਵੀ ਮੁਕੰਮਲ ਵਾ, ਔਰਤ ਫਿਰ ਵੀ ਸੰਪੂਰਨ। ਕਦੀ ਕਿਸੇ ਨੇ ਮਰਦ ਨੂੰ ਕਿਹਾ ਕਿ ਮਰਦ ਔਲਾਦ ਨਹੀਂ ਪੈਦਾ ਕਰਦਾ, ਮਰਦ ਨੂੰ ਕਿਸੇ ਨੇ ਅਧੂਰਾ ਕਿਹਾ, ਮਰਦ ਔਲਾਦ ਨਾ ਵੀ ਪੈਦਾ ਕਰ ਸਕਦਾ ਹੋਵੇ ਤੇ ਫਿਰ ਵੀ ਪੂਰਾ ਵਾ। ਔਰਤ ਵਿਚਾਰੀ ਜੇ ਔਲਾਦ ਨਹੀਂ ਪੈਦਾ ਕਰ ਸਕਦੀ, ਉਹ 'ਚ ਕੋਈ ਪ੍ਰੋਬਲਮ ਆ, ਕਹਿੰਦੇ ਜੀ ਔਰਤ ਅਧੂਰੀ ਆ। ਬਾਣੀ ਨਹੀਂ ਇਸ ਗੱਲ ਨੂੰ ਮੰਨਦੀ, ਬਾਣੀ ਆਂਦੀ ਪੂਰਾ ਬੰਦੇ ਨੇ ਬਣਨਾ ਗੁਣਾਂ ਨਾਲ, ਜੇ ਅਧੂਰਾ ਤੇ ਉਹਦੇ ਵਿੱਚ ਗੁਣ ਨਹੀਂ। ਬੇਬੇ ਨਾਨਕੀ ਦੇ ਘਰ ਨਾ ਧੀਆ ਨਾ ਪੁੱਤ ਵਾ, ਪਰ ਬੇਬੇ ਨਾਨਕੀ ਵਰਗੀ ਪੂਰੀ ਔਰਤ ਦੁਨੀਆ 'ਚ ਕਿੱਥੋਂ ਲੱਭਾਂਗੇ ਅਸੀਂ, ਜਿਹੜੀ ਗੁਰੂ ਨਾਨਕ ਸਾਹਿਬ ਦੇ ਬਿਲਕੁਲ ਨਿਕਟ ਵਾ। ਤੇ ਅੱਜ ਜਿੱਥੇ ਅਸੀਂ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਪਹਿਚਾਨਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ। ਅੱਛਾ, ਜਿਸ ਤਰ੍ਹਾਂ ਜਿਹੜਾ ਕਮਜ਼ੋਰ ਵਿਅਕਤੀ ਹੁੰਦਾ ਨਾ, ਉਹ ਚਾਹੁੰਦਾ ਵੀ ਮੈਂ ਇਹਦਾ ਬਦਲਾ ਲਵਾਂ, ਇਹਨੇ ਮੈਨੂੰ ਗੱਲ ਕਾਹਦੇ ਕਹੀ ਆ। ਜਿਹੜਾ ਥੋੜਾ ਜਿਹਾ ਤਾਕਤਵਰ ਹੁੰਦਾ ਉਹ ਮਾਫ ਕਰ ਦਿੰਦਾ, ਤੇ ਜਿਹੜਾ ਇੰਟੈਲੀਜੈਂਟ ਸਿਆਣਪ ਵਾਲਾ ਹੁੰਦਾ ਉਹ ਬੰਦਾ ਬਿਲਕੁਲ ਨਾ ਧਿਆਨ ਕਰ ਦਿੰਦਾ, ਇਗਨੋਰ ਕਰ ਦਿੰਦੇ ਆ। ਜੇ ਤੁਹਾਨੂੰ ਕੋਈ ਬੰਦਾ ਗੱਲ ਕਰੇ ਵੀ ਤੁਸੀਂ ਤੇ ਇਦਾਂ ਕਰਦੇ ਹੋ ਜੀ, ਤੁਸੀਂ ਤੇ ਕਮਿਊਨਿਸਟ ਹੋ, ਜਾਂ ਤੁਸੀਂ ਗੁਰਬਾਣੀ ਦੇ ਗਲਤ ਵਿਆਖਿਆ ਕਰਦੇ ਹੋ, ਜਾਂ ਤੁਸੀਂ ਨਾਰੀਅਲ ਦੀ ਗੱਲ ਕਰਦੇ ਹੋ, ਦੂਜੀਆਂ ਗੱਲਾਂ ਕਰਦੇ ਹੋ, ਉਹਨਾਂ ਨੂੰ ਤੁਸੀਂ ਕੀ ਸੁਝਾਅ ਦਿਓਗੇ? ਕੀ ਮਤਲਬ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਨਾਲ ਗੱਲ ਕਰੋਗੇ? ਦੇਖੋ, ਪਹਿਲੀ ਗੱਲ ਤੇ ਹੈ ਕਿ ਅਸੀਂ ਵੇਖਦੇ ਹਾਂ, ਸਾਨੂੰ ਫੋਨ ਵੀ ਪਹਿਲਾਂ ਬਹੁਤ ਆਉਂਦੇ ਰਹੇ, ਹੁਣ ਆਉਂਦੇ ਥੋੜ੍ਹੀ ਜਿਹੀ ਘੱਟ ਕਹਿ ਸਕਦੇ ਹਾਂ ਆਪਾਂ। ਅੱਛਾ ਜੀ। ਸਾਨੂੰ ਜਿਹਨੇ ਵਿਚਾਰ ਕਰਨੀ ਹੈ ਨਾ, ਉਹਦਾ ਤਰੀਕਾ ਹੋਰ ਹੁੰਦਾ। ਠੀਕ ਹੈ। ਕੁਐਸਚਨ ਕਰਦਾ, ਸਾਨੂੰ ਸਮਝ ਆ ਜਾਂਦੀ ਵੀ ਇਹ ਕੁਐਸਚਨ ਕੁਝ ਪੁੱਛਣ ਵਾਸਤੇ ਕਰ ਰਿਹਾ, ਉਹ ਕੁਝ ਸਮਝਣਾ ਚਾਹੁੰਦਾ। ਪਰ ਕਈ ਗੱਲ ਹੀ ਗਾਲ ਤੋਂ ਸ਼ੁਰੂ ਕਰਦੇ, ਸਮਝ ਆ ਜਾਂਦੀ ਵੀ ਇਹ ਬੰਦੇ ਜਲੀਲ ਕਰਨਾ ਚਾਹੁੰਦੇ ਆ, ਇਹ ਬੰਦੇ ਸਾਨੂੰ ਨਿਸ਼ਾਨੇ ਤੋਂ ਭੜਕਾਉਣਾ ਚਾਹੁੰਦੇ ਆ। ਠੀਕ ਹੈ ਜੀ। ਕਿ ਮੰਨ ਲਓ ਅਸੀਂ ਕੋਈ ਵਿਚਾਰ ਦਿੱਤੀ, ਉਹਨੂੰ ਨਹੀਂ ਚੰਗੀ ਲੱਗੀ, ਉਹਨੇ ਗਾਲ ਕੱਢਤੀ, ਕੋਈ ਮਾੜਾ ਸ਼ਬਦ ਬੋਲਤਾ, ਵੀ ਇਹ ਬੰਦਾ ਅਗਲੀ ਵਾਰੀ ਬੋਲਣ ਲੱਗਿਆ ਸੋਚੂਗਾ ਵੀ ਲੋਕ ਮੇਰੇ ਵਿਚਾਰ ਨੂੰ ਲਾਇਕ ਨਹੀਂ ਕਰਦੇ। ਸਾਨੂੰ ਸਮਝ ਆ ਜਾਂਦੀ ਵੀ ਇਹਦਾ ਪੱਧਰ ਹੀ ਇੰਨਾ ਗਾ, ਅਸੀਂ ਆਪਣੇ ਨਿਸ਼ਾਨੇ ਤੋਂ ਕਦੀ ਪਾਸੇ ਨਹੀਂ ਹਟਦੇ। ਸਾਨੂੰ ਸਮਝ ਆ ਜਾਂਦੀ ਹੈ। ਤੁਹਾਨੂੰ ਸਰੋਤਾ ਕਈ ਕਿਸਮ ਦਾ ਮਿਲਦਾ। ਹੁਣ ਆਪਾਂ ਗੁਰਦੁਆਰੇ ਵਿਚਾਰ ਕਰਕੇ ਬਾਹਰ ਨਿਕਲ ਰਹੇ ਹਾਂ, ਤੁਹਾਨੂੰ ਇੱਕ ਸਰੋਤਾ ਉਹਦੇ ਬੋਲਣ 'ਚੋਂ ਪਤਾ ਲੱਗ ਜਾਂਦਾ। ਠੀਕ ਹੈ ਜੀ। ਵੀ ਇਹ ਵਾਕਿਆ ਹੀ ਮਤਲਬ ਇਹ ਕੁਛ ਸਿੱਖਣਾ, ਇਹਦਾ ਕੁਐਸਚਨ ਸਿੱਖਣ ਵਾਲਾ ਵਾ। ਕਿ ਇਹ ਮਤਲਬ ਜਾਣ ਕੇ ਹੀ ਤੁਹਾਡੇ ਵਿਚਾਰਾਂ ਦਾ ਵਿਰੋਧ ਕਰਕੇ ਤੇ ਲੋਕਾਂ 'ਚ ਬੱਲੇ ਬੱਲੇ ਕਰਾਉਣਾ ਚਾਹੁੰਦਾ ਵੀ ਵੇਖੋ ਜੀ ਮੈਂ ਤੇ ਭਾਈ ਸਾਹਿਬ ਨੂੰ ਭਰੀ ਸੰਗਤ ਦੇ ਵਿੱਚ ਜਲੀਲ ਕਰਤਾ। ਸਮਝ ਆ ਜਾਂਦਾ। ਠੀਕ ਹੈ। ਉੱਥੇ ਜਦੋਂ ਕੋਈ ਬੰਦਾ ਗੱਲ ਕਰਦਾ, ਅਸੀਂ ਜੇ ਤੁਹਾਨੂੰ ਕੋਈ ਮਾੜਾ ਸ਼ਬਦ ਬੋਲੇ, ਅਸੀਂ ਕਹਿੰਦੇ ਵੀਰੇ ਅਸੀਂ ਵਿਚਾਰ ਦੇਤੇ ਆ, ਸਹਿਮਤ ਹੋਣਾ ਠੀਕ ਆ, ਨਹੀਂ ਹੋਣਾ ਇਹ ਤੁਹਾਡੀ ਆਪਣੀ ਮਰਜ਼ੀ ਆ। ਜਿਹੜਾ ਕੋਈ ਪੁੱਛਣ ਵਾਸਤੇ ਕੋਈ ਸਿੱਖਣ ਲਈ ਕਰਦਾ, ਉਹਨੂੰ ਦੱਸਦਾ ਕਿ ਬਾਣੀ ਦਾ ਵਿਚਾਰ ਇਹ ਆ। ਬਹੁਤ ਵੀਰ ਸਹਿਮਤ ਹੋ ਕੇ ਵੀ ਜਾਂਦੇ, ਵਾਕਿਆ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ। ਠੀਕ ਆ। ਹੁਣ ਮੰਨ ਲਓ ਬੇਕਰ ਸਟਰੀਟ ਗੁਰਦੁਆਰੇ ਪਰਸੋਂ ਇੱਕ ਵੀਰ ਨੇ ਸਵਾਲ ਕੀਤਾ ਬਾਣੀ ਬਾਰੇ, ਉਹਦੇ ਬੋਲਣ ਤੋਂ ਪਤਾ ਲੱਗ ਗਿਆ ਸੀ ਵੀ ਇਹ ਸਿੱਖਣਾ ਚਾਹੁੰਦਾ, ਇਹ ਸੱਚੀ ਰਾਹ ਪੁੱਛਣਾ ਚਾਹੁੰਦਾ। ਠੀਕ ਹੈ ਜੀ। ਇਹ ਰਾਹ ਭਟਕਿਆ ਵਾ। ਇੱਕ ਬੰਦੇ ਨੂੰ ਪਤਾ ਵੀ ਹੁੰਦਾ ਵਾ, ਉਹ ਜਾਣ ਕੇ ਪੁੱਛਦਾ ਵਾ ਵੀ ਭਲਾ ਇਹਨਾਂ ਨੂੰ ਪਤਾ ਕਿ ਨਹੀਂ ਪਤਾ। ਪਤਾ ਲੱਗ ਜਾਂਦਾ ਸਰੋਤੇ ਦਾ। ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਲਝੀਏ ਨਾ, ਆਪਣਾ ਜਿਹੜਾ ਟਾਰਗੇਟ ਵਾ ਉਹ ਵਿਚਾਰਧਾਰਾ ਸੰਗਤ ਦੇ ਸਾਹਮਣੇ ਰੱਖੀਏ ਵੀ ਬਾਣੀ ਆ ਕਹਿੰਦੀ ਆ, ਤੇ ਬੜਾ ਫਰਕ ਪੈ ਰਿਹਾ ਹੌਲੀ ਹੌਲੀ। ਪਰ ਆਮ ਗੁਰਦੁਆਰਿਆਂ ਦੇ ਵਿੱਚ ਕੀ ਕੀਤਾ ਜਾ ਰਿਹਾ, ਵਿਚ ਇਜ਼ ਗੁੱਡ ਥਿੰਗ। ਸਾਨੂੰ ਵੀ ਇੰਝ ਲੱਗਦਾ ਵੀ ਜਿੱਦਾਂ ਵਧੀਆ ਹੋ ਰਿਹਾ, ਵੀ ਜਿੱਦਾਂ ਕਹਿੰਦੇ ਸਵੇਰੇ ਆਓ ਤੁਸੀਂ, ਉਹ ਲਾਈਟਾਂ ਬੰਦ ਕਰ ਦਿੰਦੇ ਆ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆ, ਫਿਰ ਕਹਿੰਦੇ ਜੀ ਬਾਣੀ ਪੜ੍ਹੋ, ਤੁਸੀਂ 5 ਬਾਣੀਆਂ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰੋ, ਆਸਾ ਦੀ ਵਾਰ ਪੜ੍ਹੋ, ਕੁਝ ਸ਼ਬਦ ਵੀ ਉਹ ਦੇ ਦਿੰਦੇ ਆ, ਆਹ ਕਰੋ। ਜੇ ਤੁਸੀਂ ਉਹਨਾਂ ਦੀ ਗੱਲ ਮੰਨਦੇ ਹੋ ਫਿਰ ਤੁਸੀਂ ਪੱਕੇ ਸ਼ਰਧਾਲੂ ਹੋ, ਤੇ ਜੇ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਤੇ ਫਿਰ ਤੁਹਾਡੇ ਨਾਲ ਔਖਾ ਹੋਣਾ ਸ਼ੁਰੂ ਕਰ ਦਿੰਦੇ। ਬਿਲਕੁਲ ਠੀਕ। ਹਾਂਜੀ। ਉਹਦਾ ਕਾਰਨ ਪਤਾ ਕੀ ਹੈ ਜੀ, ਉਹ ਜਿੱਦਾਂ ਕਹਿ ਲਓ ਵੀ ਨਾ, ਅੱਜ ਗੁਰਦੁਆਰੇ 'ਚ ਸੰਗਤ ਕਈ ਕਿਸਮ ਦੀ। ਇੱਕ ਸੰਗਤ ਸਵੇਰੇ ਜਦੋਂ ਪ੍ਰਕਾਸ਼ ਹੁੰਦਾ ਉਦੋਂ ਆਉਂਦੀ ਆ। ਫਿਰ ਇੱਕ ਸੰਗਤ ਜਦੋਂ ਨਿਤਨੇਮ ਸ਼ੁਰੂ ਹੁੰਦਾ ਉਦੋਂ ਆਉਂਦੀ ਆ। ਜਿਹੜੀ ਨਿਤਨੇਮ ਵਾਲੀ ਉਹਨੇ ਚੱਲ ਜਾਣਾ ਵਾ, ਬਾਅਦ 'ਚ ਕੋਈ ਕੀਰਤਨ ਵਾਲੀ ਆ ਗਈ ਉਹਨੇ ਆ ਜਾਣਾ ਵਾ, ਕੀਰਤਨ ਵਾਲੀ ਚੱਲ ਜਾਊਗੀ, ਕਥਾ ਵਾਲੀ ਆ ਜਾਊਗੀ, ਫਿਰ ਇੱਕ ਸਿਮਰਨ ਵਾਲੀ ਵੱਖਰੀ ਸੰਗਤ ਵੱਖਰਾ ਤਰ੍ਹਾਂ ਦੀ ਹੋਊਗੀ। ਹੁਣ ਬੰਦੇ ਨੂੰ ਇਹ ਲੱਗਦਾ ਵੀ ਜਿਹੜਾ ਮੇਰਾ ਰਸਤਾ ਨਾ ਦੂਜਾ ਨਹੀਂ ਤੁਰ ਰਿਹਾ ਉਹ ਗਲਤ ਵਾ, ਇੱਥੇ ਪ੍ਰੋਬਲਮ ਆ ਗਈ। ਹੁਣ
ਲਾਈਟਾਂ ਬੰਦ ਕਰਨ ਵਾਲੀ ਤੁਸੀਂ ਗੱਲ ਕੀਤੀ ਹਾਂਜੀ ਕਿ ਗੁਰੂ ਸਾਹਿਬ ਨੇ ਕਦੀ ਆਖਿਆ ਵੀ ਤੂੰ ਰੱਬ ਨੂੰ ਯਾਦ ਕਰ ਲੱਗਿਆ ਬਾਹਰ ਲਾਈਟਾਂ ਹਨੇਰਾ ਕਰ ਲਾ ਬਈ ਹਾਂਜੀ ਗੁਰੂ ਸਾਹਿਬ ਨੇ ਤਾਂ ਕੋਈ ਵੀ ਇਦਾਂ ਦੀ ਵਿਚਾਰ ਨਹੀਂ ਦਿੱਤੀ ਗੁਰੂ ਸਾਹਿਬ ਦੇ ਕਹਿੰਦੇ ਭਾਈ ਉੱਠਦੇ ਆ ਬਹਿੰਦੇ ਆ ਸੌਂਦੇ ਆ ਜਾਗਦੇ ਆ ਤੁਰਦੇ ਆ ਫਿਰਦੇ ਆ ਕਿਰਤਕਾਰ ਕਰਦੇ ਆ ਹਰ ਵਕਤ ਉਹਨੂੰ ਮਹਿਸੂਸ ਕਰ ਹੱਥ ਪਾਉਂ ਕਰ ਇਤੋਂ ਕਲੀਅਰ ਵਿਆਖਿਆ ਕੀ ਹੋ ਸਕਦੀ ਹੈ ਹਾਂਜੀ ਵੀ ਹੱਥ ਪੈਰ ਸਭ ਕਾਮ ਸਭ ਚੀਤ ਨਿਰੰਜਨ ਨਾਲ ਹਾਂਜੀ ਹੁਣ ਇਹ ਉਹ ਲੋਕ ਆ ਜਿਨ੍ਹਾਂ ਨੂੰ ਮਤਲਬ ਤਰ੍ਹਾਂ ਤਰ੍ਹਾਂ ਦੇ ਪਖੰਡੀ ਲੋਕਾਂ ਨੇ ਉਲਝਾਇਆ ਹੋਇਆ ਵਾ ਇਹ ਲੋਕ ਕਿਤੇ ਨਾ ਕਿਤੇ ਅੱਛਾ ਵਿਹਾਰ ਸਹੀ ਨਹੀਂ ਕਰਨਾ ਹਾਂਜੀ ਤੇ ਸ਼ਾਂਤੀ ਲੱਭ ਰਹੇ ਸੀ ਹਾਂਜੀ ਜਦੋਂ ਤੁਹਾਡਾ ਵਿਹਾਰ ਸਹੀ ਹੋਊਗਾ ਨਾ ਮੈਂ ਕਹਿੰਦਾ ਬਾਹਰ ਭਾਵੇਂ ਰੌਲਾ ਵੀ ਪਈ ਜਾਂਦਾ ਹੋਵੇ ਤੁਹਾਡਾ ਅੰਦਰ ਸ਼ਾਂਤ ਹੋਏਗਾ ਪ੍ਰਤੱਖ ਉਦਾਹਰਨ ਗੁਰੂ ਸਾਹਿਬ ਦਾ ਵਿਹਾਰ ਸਹੀ ਆ ਸਹੀ ਕਿਰਦਾਰ ਸਹੀ ਆ ਬਾਹਰ ਜੰਗਾਂ ਵੀ ਹੋ ਰਹੀਆਂ ਤੇ ਅੰਦਰ ਸ਼ਾਂਤ ਵਾ ਹਾਂਜੀ ਇੱਥੇ ਸਾਡੇ ਲੋਕ ਅੰਦਰ ਤੇ ਕਲੇਸ਼ ਪਿਆ ਹੋਇਆ ਵਾ ਅੰਦਰ ਤੇ ਰੌਲਾ ਪਿਆ ਹੋਇਆ ਵਾ ਜਿਵੇਂ ਸ਼ੇਖਾਂ ਅੰਦਰੋਂ ਜ਼ੋਰ ਛੱਡ ਤੂੰ ਭੌ ਕਰ ਝੱਲ ਗਵਾਏ ਅੰਦਰ ਤੇ ਵਿਕਾਰਾਂ ਨੇ ਜ਼ੋਰ ਪਾਇਆ ਹੋਇਆ ਵਾ ਤੇ ਬਾਹਰ ਦੀਆਂ ਤੁਹਾਡੀਆਂ ਅੱਖਾਂ ਬੰਦ ਕੀਤੀਆਂ ਤੇ ਸਮਾਧੀਆਂ ਲਾਈਆਂ ਕੀ ਕਰਨਗੀਆਂ ਬਾਣੀ ਨੇ ਤਾਂ ਅੱਖਾਂ ਬੰਦ ਕਰਨ ਵਾਲੇ ਨੂੰ ਪਖੰਡੀ ਆਖਿਆ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਹਾਂਜੀ ਫਾਹੀ ਸੁਰਤ ਮਲੂਕੀ ਵੇਸ ਹੌਂ ਠਗਵਾੜਾ ਠੱਗੀ ਦੇਸ ਜਾਂ ਸਾਪ ਕੁੰਚ ਛੋੜੇ ਬੇਖ ਨਹੀਂ ਛਾੜੇ ਉਦਕ ਮਾਹੀ ਜੈਸੇ ਬਾਗ ਧਿਆਨ ਮੰਡੈ ਬਾਣੀ ਕਹਿੰਦੀ ਕਾਹੇ ਕੋ ਗਿਜੇ ਧਿਆਨ ਜਪਨਾ ਹਾਂਜੀ ਜਬ ਤੇ ਸ਼ੁੱਧ ਨਹੀਂ ਮਨ ਆਪਣਾ ਹੁਣ ਇਹ ਬਾਣੀ ਦੇ ਉਹਨਾਂ ਵਿਚਾਰਾਂ ਤੱਕ ਤੇ ਜਾਂਦੇ ਹੀ ਨਹੀਂ ਹਾਂਜੀ ਇਹ ਤੇ ਇਦਾਂ ਦਾ ਕਰਕੇ ਤੇ ਇਹ ਸੋਚਦੇ ਵੀ ਜਿੱਦਾਂ ਮੈਂ ਬਸ ਅੱਖਾਂ ਬੰਦ ਕਰ ਲਈਆਂ ਤੇ ਮੈਂ ਬਹੁਤ ਵੱਡਾ ਧਰਮੀ ਹੋ ਗਿਆ ਇਹ ਤੇ ਮੈਂ ਫਿਰ ਬਾਰ-ਬਾਰ ਇੱਕੋ ਗੱਲ ਤੇ ਆਉਣਾ ਵਾਂ ਕਿ ਉਹਨਾਂ ਨੂੰ ਵੀ ਬਾਣੀ ਆਪ ਇੱਕ ਵਾਰੀ ਵਿਚਾਰਨੀ ਚਾਹੀਦੀ ਆਪਣੇ ਆਪ ਹੀ ਇਸ ਦਲਦਲ ਚੋਂ ਬਾਹਰ ਬਹੁਤ ਆਏ ਵੀ ਆ ਜਿਹੜੇ ਸਮਝਦੇ ਅਸੀਂ ਆਪਣਾ ਸਮਾਂ ਵੇਸਟ ਕਰਦੇ ਨੇ ਸਾਨੂੰ ਸਮਝ ਹੀ ਆਉਣ ਲੱਗੀ ਆ ਵੀ ਆਪਣੀ ਤੁਸੀਂ ਕਿਰਤ ਕਰ ਸਹੀ ਕਰੋ ਲੋਕਾਂ ਦਾ ਵਿਹਾਰ ਸਹੀ ਰੱਖੋ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਤੁਹਾਡਾ ਮਨ ਉਸਤਤ ਜਦੋਂ ਕਰ ਲੱਗਦਾ ਨਾ ਤੁਹਾਡਾ ਦੁਨੀਆ ਦਾ ਵਿਹਾਰ ਸਹੀ ਹੋ ਜਾਣਾ ਵਾ ਹਾਂਜੀ ਤੁਸੀਂ ਕਿਸੇ ਬੰਦੇ ਦੀ ਵੀ ਜੀਵਨ ਦੀ ਜਿਹੜੀ ਸ਼ੈਲੀ ਆ ਨਾ ਉਹਦੇ ਵਿਹਾਰ ਤੋਂ ਵੇਖੋਗੇ ਵੀ ਉਹਦੇ ਨਾਲ ਵਿਚਰਨ ਵਾਲੇ ਬੰਦੇ ਕੀ ਕਹਿ ਰਿਹਾ ਕਿ ਬੰਦੇ ਦਾ ਜੀਵਨ ਕਿੱਦਾਂ ਦਾ ਹਾਂਜੀ ਹਾਂਜੀ ਤੁਸੀਂ ਸਾਰੀ ਦੁਨੀਆ ਦੇ ਵਿੱਚ ਵਿਚਰਦੇ ਹੋ ਕਈ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂਦੇ ਹੋ ਹਜ਼ਾਰਾਂ ਦੇ ਵਿੱਚ ਤੁਸੀਂ ਗਏ ਵੀ ਹੋਣੇ ਹੋ ਹਾਂਜੀ ਜਿਹੜਾ ਪ੍ਰਬੰਧਕੀ ਢਾਂਚਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਪ੍ਰਬੰਧਕੀ ਢਾਂਚਾ ਨਾ ਇਹ ਜਿਸ ਤਰ੍ਹਾਂ ਜੋ ਗਿਆਨੀਆਂ ਦੇ ਕੀਰਤਨੀਆਂ ਦੇ ਪ੍ਰਚਾਰਕਾਂ ਦੇ ਹਾਂਜੀ ਰਿਲੇਸ਼ਨਸ਼ਿਪ ਹਾਂਜੀ ਇਹ ਪ੍ਰਬੰਧਕਾਂ ਦੇ ਨਾਲ ਆ ਹਾਂਜੀ ਉਹ ਇਦਾਂ ਲੱਗਦਾ ਜਿੱਦਾਂ EMPLOYE ਵਾਲੇ ਤੇ EMPLOYER ਵਾਲੇ ਆ ਹਾਂਜੀ ਹਾਂਜੀ ਮਾਲਕ ਵਾਲੇ ਤੇ ਨੌਕਰ ਵਾਲੇ ਬਿਲਕੁਲ ਠੀਕ ਤੁਹਾਡੀ ਗੱਲ ਸਿਆਣੀ ਉਹਦੇ ਬਾਰੇ ਤੁਹਾਡੇ ਦੇਖੋ ਮੈਂ ਕਹਿੰਦਾ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਨਾ ਹੈਗਾ ਵੀ ਆ ਬਹੁਤ ਥਾਵਾਂ ਤੇ ਜਿੱਥੇ ਉਹਨਾਂ ਦੇ ਨਾਲ ਗ੍ਰੰਥੀ ਪ੍ਰਚਾਰਕਾਂ ਨਾਲ ਇੰਨੇ ਸੋਹਣੇ ਰਿਲੇਸ਼ਨ ਆ ਵੀ ਕੋਈ ਜੱਜਮੈਂਟ ਨਹੀਂ ਕਰ ਸਕਦਾ ਵੀ ਇਹ ਪ੍ਰਬੰਧਕ ਹੋ ਕੇ ਭਰਾਵਾਂ ਵਾਂਗੂ ਰਹਿੰਦੇ ਆ ਹਾਂਜੀ ਜੇ ਗੁਰਦੁਆਰਾ ਦਾ ਮੰਨ ਲਓ ਜਿਹਨੂੰ ਆਪਾਂ ਮੁੱਖ ਸੇਵਾਦਾਰ ਪ੍ਰਧਾਨ ਕਹਿ ਲਓ ਸੈਕਟਰੀ ਕਹਿ ਲਓ ਖਜ਼ਾਨਚੀ ਕਹਿ ਲਓ ਉਹ ਜਦੋਂ ਗੁਰਦੁਆਰੇ ਆਉਂਦੇ ਆ ਉਹ ਕਈ ਵਾਰੀ ਆਪ ਆਪਣੇ ਹੱਥੀਂ ਚਾਹ ਬਣਾਉਂਦੇ ਆ ਉਹ ਕਹਿੰਦੇ ਲਓ ਭਾਈ ਸਾਹਿਬ ਜੀ ਤੁਸੀਂ ਚਾਹ ਛਕੋ ਰਾਗੀ ਸਿੰਘਾਂ ਨੂੰ ਆਪਣੇ ਹੱਥੀਂ ਪਿਆਉਂਦੇ ਆ ਉਹ ਤਾਂ ਤੁਹਾਨੂੰ ਲੱਗੂਗਾ ਵੀ ਇਹ ਆਣ ਕੇ ਕੋਈ ਰੋਹ ਪਾ ਰਿਹਾ ਤੇ ਕਈਆਂ ਥਾਵਾਂ ਤੇ ਇਦਾਂ ਦੇ ਵੀ ਹੈਗੇ ਆ ਜਿਹੜੇ ਘਰੋਂ ਉਮੀਦ ਲਾ ਕੇ ਆਉਂਦੇ ਆ ਵੀ ਜਦੋਂ ਅਸੀਂ ਜਾਈਏ ਜਾਂਦੇ ਨੂੰ ਟਰੇ ਲੈ ਕੇ ਖਲੋਤਾ ਹੋਵੇ ਕੋਈ ਵੀ ਸਾਡੇ ਵਾਸਤੇ ਅੱਜ ਕਹਿਣ ਵੀ ਭਾਈ ਸਾਹਿਬ ਜੀ ਤੁਹਾਡੇ ਲਈ ਵੇਸਣ ਬਣਾਇਆ ਅੱਜ ਅਸੀਂ ਹਾਂਜੀ ਅੱਜ ਤੁਸੀਂ ਆਓ ਸਾਡੇ ਲਈ ਤੁਹਾਡੀ ਸੁੰਡ ਬਣਾ ਕੇ ਰੱਖੀ ਅਸੀਂ ਸਹੀ ਗੱਲ ਉਹ ਹੁਣ ਕਈ ਵਾਰੀ ਉਹ ਇੱਕ ਕੋਈ ਇਦਾਂ ਦਾ ਕੰਮ ਕਰ ਗਿਆ ਮੰਨ ਲਓ ਇੱਕ ਕੋਈ ਗ੍ਰੰਥੀ ਇਦਾਂ ਦਾ ਕੰਮ ਕਰ ਗਿਆ ਉਹਨਾਂ ਨੇ ਫਿਰ ਉਹੀ ਕਸਵੱਟੀ ਰੱਖਣੀ ਵੀ ਜਿਹੜੇ ਦੂਜੇ ਉਹਨੂੰ ਵੀ ਇਦਾਂ ਕਰ ਉਹ ਜਿਹਨੇ ਨਾ ਕੀਤਾ ਉਹਨਾਂ ਮੈਂ ਕਹਿੰਦਾ ਭਾਵੇਂ ਕੀਰਤਨ ਦੂਜੇ ਦਾ ਉਹ ਤੋਂ ਵਧੀਆ ਹੀ ਹੋਵੇ ਹਾਂਜੀ ਹਾਂਜੀ ਭਾਵੇਂ ਪਾਠ ਕਥਾ ਉਹਦੀ ਦੂਜੇ ਨੂੰ ਵਧੀਆ ਹੀ ਹੋਵੇ ਪਰ ਉਹਨਾਂ ਨੇ ਉਹ ਵੇਸਣ ਲੱਭਣਾ ਨਾ ਉਹ ਚੋਂ ਉਹਨੂੰ ਲੱਭਣਾ ਵੀ ਸਾਡੇ ਅੱਗੇ ਨਹੀਂ ਆਇਆ ਇਹ ਸਾਨੂੰ ਇਹ ਸਾਡੇ ਅੱਗੇ ਪਿੱਛੇ ਤੁਰਿਆ ਨਹੀਂ ਆ ਇਹ ਹੈਗੇ ਆ ਪ੍ਰਬੰਧਕ ਮੈਂ ਨਹੀਂ ਕਹਿੰਦਾ ਇਦਾਂ ਦੇ ਨਹੀਂ ਹੈਗੇ ਪਰ ਚੰਗੇ ਵੀ ਹੈਗੇ ਜਦੋਂ ਚੰਗੇ ਪ੍ਰਬੰਧਕ ਆਪਾਂ ਵੇਖਦੇ ਆ ਉਹ ਆਉਂਦੇ ਆ ਉਹ ਸਗੋਂ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਜਿਹੜਾ ਗ੍ਰੰਥੀਆਂ ਪ੍ਰਚਾਰਕਾਂ ਨਾਲ ਗੱਲਬਾਤ ਕਰਦੇ ਵੀ ਜਿੱਦਾਂ ਸਾਡਿਆਂ ਪਰਿਵਾਰਾਂ ਵਿੱਚ ਜੇ ਕੋਈ ਮੁਸ਼ਕਿਲ ਆਉਂਦੀ ਆ ਅਸੀਂ ਆਪਣੇ ਬੱਚੇ ਕੋਲੋਂ ਕਿੱਦਾਂ ਕੰਮ ਲੈਂਦੇ ਆ ਸਾਡੇ ਬੱਚੇ ਵਰਗੇ ਹੈਗੇ ਆ ਭਾਵੇਂ ਉਂਗਲਾਂ ਤੇ ਗਿਣਨ ਵਾਲੇ ਆ ਤੇ ਮੈਂ ਕਹਿੰਦਾ ਇਹੋ ਜਿਹੇ ਗੁਰਦੁਆਰਿਆਂ ਵਿੱਚ ਪ੍ਰਚਾਰ ਕਰਨ ਦਾ ਆਨੰਦ ਵੀ ਇੱਕ ਵੱਖਰਾ ਆਉਂਦਾ ਜਿੱਥੇ ਚੰਗੇ ਪ੍ਰਬੰਧਕ ਆਉਂਦੇ ਆ ਤੇ ਮੈਂ ਇਹੋ ਅਰਦਾਸ ਕਰਦਾ ਵੀ ਜੇ ਚੰਗੇ ਪ੍ਰਬੰਧਕ ਆ ਜਾਣ ਜਿਹੜੇ ਟੋਕਾ ਟਕਾਈ ਨਾ ਕਰ ਹੈਗੇ ਪ੍ਰਬੰਧਕ ਜਿੱਥੇ ਗੁਰਮਤਿ ਦੀ ਕੋਈ ਗੱਲ ਕੋਈ ਕਰਦਾ ਵਾ ਹਾਂਜੀ ਪ੍ਰਚਾਰਕ ਹੁਣ ਮੈਂ ਆਪਣੀ ਗੱਲ ਕਰਦਾ ਮੈਨੂੰ ਇੰਨੇ ਸਾਲ ਵਿਚਰਦੇ ਆ ਮੈਨੂੰ ਅੱਜ ਤੱਕ ਕਿਸੇ ਕਮੇਟੀ ਦੇ ਪ੍ਰਬੰਧਕ ਨੇ ਨਹੀਂ ਕਿਹਾ ਭਾਈ ਸਾਹਿਬ ਇੱਥੇ ਇਦਾਂ ਨਾ ਬੋਲਿਓ ਇੱਥੇ ਇਦਾਂ ਨਾ ਬੋਲੋ ਐਵੇਂ ਕੋਈ ਬੰਦਾ 100 ਵਾਰ ਝੂਠ ਬੋਲੇ ਉਹ ਪ੍ਰਚਾਰਕ ਡਰਦਾ ਆਪ ਗੁਰਮਤਿ ਦੀ ਗੱਲ ਨਾ ਕਰੇ ਉਹਦੀ ਆਪਣੀ ਕਮਜ਼ੋਰੀ ਹੋ ਸਕਦੀ ਹੈ ਪਰ ਮੈਨੂੰ ਕਦੀ ਕਿਸੇ ਕਮੇਟੀ ਦੇ ਬਿਠਾ ਕੇ ਨਹੀਂ ਇਦਾਂ ਕਿਹਾ ਭਾਈ ਸਾਹਿਬ ਜੀ ਇੱਥੇ ਥੋੜਾ ਜਿਹਾ ਧਿਆਨ ਰੱਖਿਓ ਵਾਲੀ ਸੰਗਤ ਨਾਲ ਟੁੱਟ ਜੇ ਉਹ ਕਹਿੰਦੇ ਭਾਈ ਸਾਹਿਬ ਜੋ ਗੁਰਮਤਿ ਦੀ ਗੱਲ ਆ ਮੈਂ ਈਵਨ ਇੱਥੋਂ ਤੱਕ ਬੰਗਲਾ ਸਾਹਿਬ ਦੀ ਗੱਲ ਵੀ ਦੱਸਦਾ ਜਦੋਂ ਅਸੀਂ ਬੰਗਲਾ ਸਾਹਿਬ ਲਗਾਤਾਰ ਵਿਚਾਰ ਕਰਦੇ ਸੀ ਭਾਵੇਂ ਪਾਸਿਓਂ ਲੋਕਾਂ ਨੇ ਕਹਿਣਾ ਇਹ ਕਮੇਟੀ ਬੁਲਾਉਂਦੀ ਜੇ ਇਹਨਾਂ ਕੋਲ ਪਰ ਸਾਨੂੰ ਕਦੀ ਕਿਸੇ ਕਮੇਟੀ ਦੇ ਮੈਂਬਰ ਨੇ ਕਦੀ ਬਿਠਾ ਕੇ ਕਿਹਾ ਹੀ ਨਹੀਂ ਸੀ ਅਸੀਂ ਆਪਣੀ ਗੱਲ ਜਿਹੜੀ ਗੁਰਮਤਿ ਦੀ ਸੀ ਉਹ ਉੱਥੇ ਕਹਿ ਦਿੰਦੇ ਸੀ ਵੀ ਗੁਰਮਤਿ ਆ ਕੇ ਨਾਲੇ ਲਾਈਵ ਜਾ ਰਿਹਾ ਸੀ ਕਰੋੜਾਂ ਬੰਦਿਆਂ ਨੇ ਲਾਈਵ ਸੁਣਨਾ ਹੁੰਦਾ ਸੀ ਅੱਛਾ ਕਈ ਵਾਰੀ ਐਸਾ ਵੀ ਹੋਣਾ ਸੀ ਮਤਲਬ ਕਿਸੇ ਟੌਪਿਕ ਤੇ ਅਸੀਂ ਗੱਲ ਕਰਨੀ
ਪ੍ਰਬੰਧਕਾਂ ਨੂੰ ਫੋਨ ਆਉਣਾ ਜੀ ਤੁਹਾਡਾ ਪ੍ਰਚਾਰਕ ਇਦਾਂ ਬੋਲਦਾ, ਉਹਨਾਂ ਕਹਿੰਦਾ ਜੀ ਪ੍ਰਚਾਰਕ ਦਾ ਨੰਬਰ ਆ, ਉਹਦੇ ਨਾਲ ਗੱਲ ਕਰ ਲਓ। ਸਾਨੂੰ ਗੁਰਮਤਿ ਦੀ ਨੌਲੇਜ ਜਿਹੜੀ ਕਿ ਸਾਨੂੰ ਤਾਂ ਪ੍ਰਬੰਧ ਕਰਨ ਦੀ ਨੌਲੇਜ ਆ। ਜੇ ਦਾਲ ਨਹੀਂ ਬਣੀ, ਕੋਈ ਪ੍ਰਸ਼ਾਦੇ ਕੱਚੇ ਆ, ਤੁਹਾਡੇ ਆਉਂਦਿਆਂ ਖੀਰ ਮੁੱਕੀ ਆ, ਉਹ ਪੁੱਛੋ ਸਾਨੂੰ ਪ੍ਰਚਾਰ ਬਾਰੇ ਨਾ ਪੁੱਛੋ, ਪ੍ਰਚਾਰ ਬਾਰੇ ਆ ਨੰਬਰ ਆ ਰਿਹਾ ਸਕਰੀਨ ਤੇ ਜਾ ਕੇ ਗੱਲ ਕਰੋ। ਇਹ ਗੱਲ ਮੈਂ 2008-9 ਦੀਆਂ ਦੱਸ ਰਿਹਾ। ਪਰ ਐਵੇਂ ਕੋਈ ਜਾਣ ਕੇ ਕਹੀ, ਮੈਂ ਆਪਣੀ ਗੱਲ ਮੈਨੂੰ ਹੋਣਾ ਲਾਈਵ ਸੁਣ ਰਹੇ, ਬਾਅਦ ਚ ਵੀ ਜਾਣੀ ਆ ਵਿਚਾਰ, ਮੈਨੂੰ ਅਜੇ ਤੱਕ ਕਿਸੇ ਪ੍ਰਬੰਧਕ ਨੇ ਨਹੀਂ ਕਿਹਾ ਭਾਈ ਸਾਹਿਬ ਜੀ ਇੱਥੇ ਇਦਾਂ ਨਾ ਬੋਲਿਓ, ਇੱਥੇ ਇਦਾਂ ਨਾ ਬੋਲਿਓ। ਅਸੀਂ ਪਿੰਡਾਂ 'ਚ ਵੀ ਜਾਂਦੇ ਆ, ਵਿਦੇਸ਼ਾਂ 'ਚ ਵੀ ਆਪਣੇ ਪੰਜਾਬ ਤੋਂ ਬਾਹਰ ਵੱਖ-ਵੱਖ ਸਟੇਟਾਂ 'ਚ ਵੀ ਜਾਈਦਾ ਵਾ, ਸਗੋਂ ਪ੍ਰਬੰਧਕ ਆਣ ਕੇ ਬਹਿੰਦੇ ਆ, ਗੱਲਾਂ ਬਾਤਾਂ ਕਰਦੇ ਆ, ਵਿਚਾਰ ਗੋਸ਼ਟੀਆਂ ਕਰਦੇ ਆ। ਮੈਂ ਨਹੀਂ ਆਂਦਾ ਇਦਾਂ ਦੇ ਪ੍ਰਬੰਧਕ ਨਹੀਂ ਹੋਣਗੇ, ਉਹ ਕਿਤੇ ਨਾ ਕਿਤੇ ਉਹ ਪ੍ਰਚਾਰਕ ਵੀ ਵੇਖ ਲੈਂਦੇ ਨੇ ਕਿਹੜਾ ਪ੍ਰਚਾਰ ਸਾਡੀ ਗੱਲ ਮੰਨ ਲੈਂਦਾ, ਜਿਹਨੂੰ ਅਸੀਂ ਕਹਿ ਸਕਦੇ ਭਾਈ ਸਾਹਿਬ ਇਦਾਂ ਨਾ ਬੋਲਿਓ। ਕੁਝ ਕਮਜ਼ੋਰੀਆਂ ਆਪਣੀਆਂ ਵੀ ਹੈਗੀਆਂ ਜੀ, ਮੈਂ ਸਿੱਧੀ ਗੱਲ ਕਹਿਣਾ, ਜਦੋਂ ਤੁਸੀਂ ਮਾਹੌਲ ਵੇਖ ਕੇ ਬੋਲਣਾ ਜੀ ਇੱਥੇ ਵੀ ਗੁੱਸਾ ਨਾ ਕੋ ਕਰ ਜਾਵੇ। ਕਈ ਵਾਰੀ ਸਗੋਂ ਪ੍ਰਬੰਧਕ ਮੈਨੂੰ ਇਹ ਵੀ ਕਹਿੰਦੇ ਆ, ਕਹਿੰਦੇ ਜੀ ਅਸੀਂ ਚਾਹੁੰਦੇ ਆ ਪ੍ਰਚਾਰਕ ਸੱਚ ਬੋਲਣ, ਪਰ ਉਹ ਹੀ ਕਈ ਵਾਰੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਟੌਪਿਕ ਤੇ ਗਲਤ ਵਿਚਾਰ ਦੇ ਜਾਂਦੇ। ਪਰ ਕਿਤੇ ਨਾ ਕਿਤੇ ਕਮੀਆਂ ਤੇ ਸਾਡੇ 'ਚ ਵੀ ਹੈਗੀਆਂ ਨਾ। ਹੁਣ ਪ੍ਰਬੰਧਕ ਮੰਨ ਲਓ ਗੁਰਦੁਆਰੇ ਨਹੀਂ ਬੈਠੇ, ਗ੍ਰੰਥੀ ਜਿਹਨੇ ਗੁਰਦੁਆਰੇ ਆ, ਜੇ ਕੋਈ ਮਨਮਤੀ ਅਰਦਾਸ ਕਰਾਉਣ ਆ ਗਿਆ, ਉਸ ਤੇ ਗ੍ਰੰਥੀ ਦਾ ਫਰਜ਼ ਬਣਦਾ ਨਾ ਵੀ ਮੈਂ ਇੱਥੇ ਭਾਈ ਕੋਈ ਮਨਮਤ ਵਾਲੀ ਅਰਦਾਸ ਨਹੀਂ ਕਰਨੀ, ਮੈਂ ਲੋਕਾਂ ਨੂੰ ਸਮਝਾਵਾਂ ਉੱਥੇ। ਤੇ ਜੇ ਉੱਥੇ ਥੋੜੇ ਜਿਹੇ ਡਰ ਨਾਲ ਬਦਲੇ ਉਹ ਆਪਣਾ ਕੰਪਰੋਮਾਈਜ਼ ਕਰ ਗਿਆ ਤੇ ਫਿਰ ਪ੍ਰਬੰਧਕ ਵੀ ਕੀ ਕਰ ਲੈਣਗੇ। ਉਹ ਤੇ ਤਾਲੀ ਜਿਹੜੀ ਦੋਵਾਂ ਹੱਥਾਂ ਨਾਲ ਵੱਜਦੀ ਹੈ ਵੀ ਪ੍ਰਬੰਧਕ ਵੀ ਸੂਝਵਾਨ ਹੋਣ, ਜਿਨ੍ਹਾਂ ਨੂੰ ਮਰਿਆਦਾ ਬਾਰੇ ਬਾਣੀ ਬਾਰੇ ਨੌਲੇਜ ਹੋਵੇ, ਤੇ ਨਜ਼ਾਰਾ ਹੁੰਦਾ ਉੱਥੇ ਗੱਲ ਕਰਨ ਦਾ ਗੁਰਮਤਿ ਦਾ ਵੀ। ਹਾਂਜੀ, ਮੈਨੂੰ ਨਹੀਂ ਇੰਨਾ ਪਤਾ, ਪਰ ਇੱਕ ਵਾਰੀ 10 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀ, ਘਰਾਂ ਦੇ ਸਤਾਏ ਧਾਰਮਿਕ ਸਥਾਨਾਂ ਤੇ ਭਾਰੂ। ਉਹ ਮਤਲਬ ਲੋਕਾਂ ਨੇ ਇੰਨਾ ਭੜਕੇ ਉਹ ਵੀ ਕੋਈ ਕਹਿੰਦਾ ਮੇਰੇ ਤੇ ਲਾਇਆ, ਦੂਜਾ ਕਹਿੰਦਾ ਮੇਰੇ ਤੇ ਲਾਇਆ। ਹਰ ਗੁਰਦੁਆਰਿਆਂ ਦੇ ਵਿੱਚ ਇਹ ਜਿੱਦਾਂ ਇੱਕ ਭੜਥੂ ਜਿਹਾ ਪੈ ਗਿਆ। ਸੋ ਜਿੱਦਾਂ ਹੁਣ ਤੁਸੀਂ ਇੱਕ ਸ਼ਬਦ ਨੂੰ ਲੈਂਦੇ ਹੋ, ਸਕਰੀਨ ਤੇ ਸ਼ਬਦ ਹੁੰਦਾ ਤੇ ਉਹਦੀ ਤੁਸੀਂ ਡਿਟੇਲ ਦੇ ਵਿੱਚ ਵਿਆਖਿਆ ਕਰਦੇ ਹੋ, ਜਿਹੜਾ ਆਮ ਬੰਦਾ ਉਹਨੂੰ ਵੀ ਸਮਝ ਆਉਣ ਲੱਗ ਪੈਂਦੀ ਹੈ। ਦੂਜੇ ਕਥਾਕਾਰਾਂ ਦੇ ਨਾਲੋਂ ਤੁਹਾਡੀ ਕੀ ਵਿਲੱਖਣਤਾ ਤੇ ਕਿਉਂ? ਵੇਖੋ, ਮੈਂ ਇਹ ਤੇ ਆਪਣੇ ਆਪ ਨਹੀਂ ਕਹਿੰਦਾ ਮੇਰੀ ਉਹਨਾਂ ਕੋਲ ਵਿਲੱਖਣਤਾ ਵਾ, ਪ੍ਰਚਾਰ ਤਾਂ ਸਾਰੇ ਹੀ ਇੱਕ ਦੂਜੇ ਚੜਾਉਂਦੀਆਂ ਵਾਲੀ ਗੱਲ ਆ। ਅਸੀਂ ਤੇ ਆਪਣੇ ਵੱਲੋਂ ਨਿਮਾਣਾ ਦਾ ਯਤਨ ਕਰੀਦਾ, ਜਿੱਥੇ ਕਿਤੇ ਸਕਰੀਨ ਬੰਦ ਵੀ ਹੋਵੇ ਅਸੀਂ ਕਹਿ ਕੇ ਚਲਵਾਈ ਦੀ। ਇਹ ਸਿੱਖਿਆ ਤੁਹਾਨੂੰ ਆਪਣੇ ਆਪ ਫੁਰਨਾ ਫੁਰਿਆ ਕਿ ਜਾਂ ਤੁਸੀਂ? ਨਹੀਂ, ਮੈਂ ਇਦਾਂ ਕਹਿ ਸਕਦਾ ਵੀ ਸਾਡੇ ਟੀਚਰ, ਸਾਡੇ ਉਸਤਾਦ ਪ੍ਰਿੰਸੀਪਲ ਗਿਆਨੀ ਜੀ ਸਿੱਦਕੀ, ਜਿਨ੍ਹਾਂ ਕੋਲੋਂ ਅਸੀਂ ਪੜ੍ਹੇ ਆ, ਠੀਕ ਹੈ ਜੀ, ਉਹਨਾਂ ਨੇ ਸਾਨੂੰ ਸ਼ੁਰੂ ਤੋਂ ਇੱਕ ਉਹ ਤੇ ਵੈਸੇ ਬੜੀ ਪਿਆਰੀ ਗੱਲ ਕਰਦੇ ਹੁੰਦੇ ਸੀ ਹਮੇਸ਼ਾ। ਉਹਨਾਂ ਕਹਿਣਾ ਵੀ ਜਿਹੜਾ ਰਾਗੀ ਵੇਖ ਕੇ ਬਾਣੀ ਪੜ੍ਹਦਾ ਮੈਂ ਉਹਨੂੰ ਰਾਗੀ ਨਹੀਂ ਮੰਨਦਾ। ਉਹਨਾਂ ਦੀ ਸੋਚ ਇੱਥੋਂ ਤੱਕ ਸੀ। ਕਹਿੰਦੇ ਵੀ ਯਾਰ ਤੁਸੀਂ ਬਾਣੀ ਗਾਉਣੀ ਆ, ਤੁਸੀਂ ਬਾਣੀ ਕੰਠ ਕਰਦੇ ਹੋ, ਗਾਉਣ ਦਾ ਆਨੰਦ ਹੀ ਵੱਖਰਾ। ਅੱਜ ਵੀ ਹੈਗੇ ਬੜੇ ਜਿਹੜੇ ਜਦੋਂ ਗਾਉਂਦੇ ਆ, ਕੀਰਤਨ ਕਰਦੇ ਆ, ਜਦੋਂ ਮੂੰਹ ਜ਼ਬਾਨੀ, ਉਹ ਤਾਂ ਰਸ ਵੱਖਰਾ। ਇਹ ਤੇ ਹੁਣ ਮੈਂ ਜਦੋਂ ਵੀਡੀਓ ਸੁਣਨੀ ਉਹਨਾਂ ਨੇ, ਉਹ ਵੀ ਆਪਣੇ ਅੰਦਰ ਇੱਕ ਵਾਰੀ ਉਹਨਾਂ ਦੇ ਅੰਦਰ ਇਹ ਸਵਾਲ ਚੱਲੂਗਾ ਕਿ ਜਿਹੜਾ ਸ਼ਬਦ ਤੁਹਾਨੂੰ ਕੰਠ ਹੁੰਦਾ ਨਾ, ਉਹਦਾ ਤੁਹਾਨੂੰ ਗਾਉਣ ਦਾ ਆਨੰਦ ਵੱਖਰਾ ਹੁੰਦਾ। ਜਿਹੜਾ ਤੁਹਾਨੂੰ ਕੰਠ ਨਹੀਂ ਹੁੰਦਾ, ਤੁਹਾਡਾ ਬਾਰ-ਬਾਰ ਧਿਆਨ ਜਾਂਦਾ ਕਿਤੇ ਪੰਕਤੀ ਤੇ ਨਹੀਂ, ਇਹਦੀ ਪੰਕਤੀ ਅਗਲੀ ਇਹੋ ਹੀ ਆ। ਉਹ ਸਾਨੂੰ ਸੰਥਿਆ ਦਿੰਦੇ ਆ, ਇੱਕ ਸ਼ਬਦ ਬੋਲਦੇ ਹੁੰਦੇ ਸੀ ਵੀ ਜਿਹੜਾ ਬਾਣੀ ਵੇਖ ਕੇ ਪੜ੍ਹਦਾ, ਜੇ ਜਦੋਂ ਤੁਸੀਂ ਗਾਉਣਾ ਹੀ ਆ, ਥੋੜੀ ਜਿਹੀ ਮਿਹਨਤ ਕਰ ਲਓ। ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਮੋਬਾਈਲ ਆਏ ਆ ਨਾ, ਜਿਹੜੇ ਜਦੋਂ ਇਹ ਤੇ ਅਸੀਂ ਅੱਗੇ ਰੱਖਣ ਲੱਗ ਪਏ ਆ, ਕਿਤੇ ਨਾ ਕਿਤੇ ਸਾਨੂੰ ਇਹਨੇ ਆਲਸੀ ਵੀ ਬਣਾਇਆ। ਮੰਨ ਕੇ ਚਲੋ ਮੇਰੇ ਨਾਲ ਸ਼ਾਇਦ ਮੇਰੇ ਵੀਰ ਭਾਵੇਂ ਸਾਡੀ ਲੈਣ ਦੇ ਆ, ਉਹ ਸਹਿਮਤ ਹੋਣਗੇ ਕਿ ਵਾਕਿਆ ਹੀ ਸਾਨੂੰ ਕਿਤੇ ਨਾ ਕਿਤੇ ਆਲਸੀ ਬਣਾਇਆ। ਉਹਨਾਂ ਵਿੱਚੋਂ ਕੋਈ ਇੱਕ ਮੇਨ ਕਹਿੰਦਾ ਮੈਂ ਸ਼ਬਦ ਯਾਦ ਕਰ ਲਵਾਂ, ਦੂਜਾ ਕਹਿੰਦਾ ਕੋਈ ਗੱਲ ਨਹੀਂ ਮੋਬਾਈਲ ਹੈਗਾ ਕੱਢ ਕੇ ਆਪਾਂ ਅੱਗੇ ਰੱਖ ਲੈਣਾ ਵਾ। ਉਹ ਅਸੀਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਸੀ ਵੀ ਬਾਣੀ ਹੁਣ ਹੌਲੀ ਹੌਲੀ ਪ੍ਰਚਾਰਕ ਵੀ ਸ਼ੁਰੂ ਕਰਨ ਲੱਗ ਪਏ। ਪ੍ਰਚਾਰਕ ਵੀ ਕਈ ਜਿਹੜੀ ਤੇ ਲੜੀਵਾਰ ਵਿਚਾਰ ਕਰਨੀ, ਉਹ ਤਾਂ ਤੁਸੀਂ ਪੋਥੀ ਰੱਖਣੀ ਆ, ਪਰ ਜਿਹੜੀ ਤੁਸੀਂ ਲੜੀਵਾਰ ਵਿਚਾਰ ਨਹੀਂ ਕਰਨੀ, ਜਿਹੜਾ ਤੁਸੀਂ ਕੋਈ ਟੌਪਿਕ ਤੇ ਬੋਲਣਾ ਵਾ, ਉਹਦੇ ਤੁਸੀਂ ਗੁਰਬਾਣੀ ਕੰਠ ਕਰ ਸਕਦੇ ਆ ਨਾ। ਵੀ ਤੁਸੀਂ ਇਹਨਾਂ ਵੀ ਕੋਈ ਏਡਾ ਔਖਾ ਕੰਮ ਨਹੀਂ ਹੈਗਾ, ਤੁਸੀਂ ਰੋਜ਼ ਗੁਰਬਾਣੀ ਦਾ ਸਹਿਜ ਪਾਠ ਕਰੋ ਤੇ ਬਾਣੀ ਤੇ ਆਪਣੇ ਆਪ ਹੀ ਤੁਹਾਨੂੰ ਜਿਹੜੀ ਯਾਦ ਹੋ ਜਾਂਦੀ ਆ। ਹੁਣ ਅਸੀਂ ਆਪਣੇ ਟੀਚਰਾਂ ਕੋਲੋਂ ਸਿੱਖਿਆ ਸੀ ਵੀ ਜਿਹੜਾ ਤੁਸੀਂ ਸ਼ਬਦ ਦੀ ਵਿਚਾਰ ਕਰਨੀ ਆ ਨਾ, ਉਹ ਤੁਹਾਨੂੰ ਪ੍ਰੋਪਰ ਯਾਦ ਹੋਣਾ ਚਾਹੀਦਾ। ਉਹਦੀ ਤੁਹਾਨੂੰ ਉਹਦੇ ਮੀਨਿੰਗ, ਉਹਦੇ ਭਾਵ, ਉਹਦੇ ਅਰਥਾਂ ਬਾਰੇ ਐਨ ਤੁਹਾਡੇ ਜ਼ਿਹਨ 'ਚ ਬੈਠੇ ਹੋਣ। ਫਿਰ ਜਦੋਂ ਤੁਸੀਂ ਉਹਨੂੰ ਪੜ੍ਹੋਗੇ, ਜਦੋਂ ਤੁਸੀਂ ਗਾਓਗੇ, ਉਹਦਾ ਤੁਹਾਨੂੰ ਆਨੰਦ ਇੱਕ ਵੱਖਰਾ ਹੋਣਾ। ਅੱਛਾ, ਫਿਰ ਅਸੀਂ ਸਕਰੀਨ ਤੇ ਕੋਸ਼ਿਸ਼ ਕਰੀਦੀ ਵੀ ਜਿਹੜੇ ਗੁਰਦੁਆਰੇ ਜਾਈਦਾ ਉੱਥੇ ਕਹੀਦਾ ਵਾ ਵੀ ਜੇ ਨਹੀਂ ਵੀ ਲੱਗੀ ਵੀ ਵੀਰੇ ਨਾਲ ਲੈਪਟਾਪ ਲਾ ਦਿਓ ਤੇ ਸਕਰੀਨ ਤੇ, ਕਿਉਂਕਿ ਉਹਦਾ ਕਾਰਨ ਜਿਹੜਾ ਮੈਂ ਮਹਿਸੂਸ ਕੀਤਾ, ਜਦੋਂ ਅਸੀਂ ਉੱਦਾਂ ਸ਼ਬਦ ਵਿਚਾਰ ਕਰਕੇ ਆ ਜਾਂਦੇ ਤੇ ਕਈ ਵਾਰੀ ਸੰਗਤ ਵਿੱਚ ਹੀ ਹਲਚਲ ਮਚਦੀ ਆ ਵੀ ਇਹ ਕੋਲੋਂ ਗੱਲ ਕਹਿ ਗਏ। ਜਦੋਂ ਸਕਰੀਨ ਤੇ ਸ਼ਬਦ ਉੱਪਰ ਆ ਰਿਹਾ ਨਾ, ਉਹ ਬੈਠਾ ਸਰੋਤਾ ਕਹਿੰਦਾ ਵੀ ਕੋਲੋਂ ਨਹੀਂ ਗੱਲ ਹੋ ਰਹੀ, ਇਹ ਬਾਣੀ 'ਚ ਲਿਖੀ ਆ। ਉਹ ਮੈਂ ਕਹਿੰਦਾ ਵੀ ਮਤਲਬ ਉੱਥੇ ਹੀ ਗੱਲ ਤੈਅ ਲੱਗ ਜਾਂਦੀ ਵੀ ਬਾਣੀ 'ਚ ਹੀ ਸਾਰਾ ਕੁਝ ਲਿਖਿਆ ਹੋਇਆ। ਮੈਂ ਤੇ ਹਰ ਇੱਕ ਪ੍ਰਚਾਰਕ ਰਾਗੀ ਨੂੰ, ਪ੍ਰਬੰਧਕ ਕਮੇਟੀ ਨੂੰ ਸੁਝਾਅ ਦਿੰਦਾ ਨਾ ਵੀ ਜਿਨ੍ਹਾਂ ਗੁਰਦੁਆਰਿਆਂ 'ਚ ਨਹੀਂ ਵੀ ਹੈਗਾ ਪ੍ਰਬੰਧ, ਉੱਥੇ ਕਰੋ। ਅਸੀਂ ਤੁਹਾਨੂੰ ਪੰਜਾਬ 'ਚ ਵੀ ਸ਼ੁਰੂ ਕਰਾਤਾ,
ਆ ਪੰਜਾਬ 'ਚ ਵੀ ਕਈਆਂ ਗੁਰਦੁਆਰਿਆਂ ਵਿੱਚ ਸਾਡੇ ਵੀਰ ਜਿਹੜੇ ਇੱਥੋਂ ਵਿਦੇਸ਼ ਤੋਂ ਜਾਂਦੇ ਆ, ਉਹਨਾਂ ਨੂੰ ਇੱਕੋ ਗੱਲ ਕਹਿੰਦੇ ਵੀ ਤੁਸੀਂ ਆਪੋ ਆਪਣੇ ਪਿੰਡਾਂ ਦੇ ਗੁਰਦੁਆਰਿਆਂ 'ਚ ਇੱਦਾਂ ਦੀਆਂ ਸਕਰੀਨਾਂ ਲਵਾ ਦਿਓ, ਉੱਥੇ ਕੋਈ ਨੌਜਵਾਨ ਦਾ ਪ੍ਰਬੰਧ ਕਰ ਦਿਓ ਵੀ ਜਦੋਂ ਕੀਰਤਨ ਪਾਠ ਕਥਾ ਵਿਚਾਰ ਹੋਵੇ ਤੇ ਉਹ ਸਕਰੀਨ ਤੇ ਆਵੇ, ਕਿਉਂਕਿ ਇਹ ਕਲਾਸਰੂਮ ਆ ਨਾ ਸਾਡਾ, ਅਸੀਂ ਇੱਥੇ ਸਿੱਖਣ ਵਾਸਤੇ ਆਉਂਦੇ ਆ, ਇਹ ਕੋਈ ਪੂਜਾ ਦਾ ਸਥਾਨ ਤੇ ਹੈ ਨਹੀਂਗਾ। ਸਾਡੇ ਤੇ ਪ੍ਰਿੰਸੀਪਲ ਸਾਹਿਬ ਇਹ ਵੀ ਕਹਿੰਦੇ ਹੁੰਦੇ ਸੀ ਵੀ ਹਰ ਗੁਰਦੁਆਰੇ 'ਚ ਆਉਣ ਵਾਲੇ ਕੋਈ ਇੱਕ ਪੈਨ ਹੋਵੇ, ਇੱਕ ਛੋਟੀ ਪਾਕਟ ਵਾਲੀ ਨਿੱਕੀ ਡੈਰੀ ਹੋਵੇ, ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਅੰਦਰ ਉੱਥੇ ਕੋਈ ਫੁਰਨਾ ਆਉਣਾ, ਕੋਈ ਵਿਚਾਰ ਹੋਣੇ, ਤੁਸੀਂ ਨੋਟ ਕਰ ਲਓ। ਹੁਣ ਜੇ ਆਪਾਂ ਸਕੂਲਾਂ 'ਚ ਜਾਂਦੇ ਖਾਲੀ ਹੱਥ ਥੋੜਾ ਜਾਂਦੇ ਆਪਾਂ, ਦੱਸੋ ਜੀ ਆਪਾਂ ਸਕੂਲ 'ਚ ਸਾਡਾ ਬੱਚਾ ਜਾਂਦਾ ਖਾਲੀ ਹੱਥ ਜਾਂਦਾ, ਕੁਝ ਨਾ ਕੁਝ ਨਾਲ ਲੈ ਕੇ ਜਾਂਦੇ, ਭਾਵੇਂ ਕੋਈ ਇੱਕ ਨਿੱਕੀ ਕਿਤਾਬ ਕੋਈ ਨਾ ਕੋਈ ਕਿਤਾਬ ਕੋਈ ਕਾਪੀ ਨਾਲ ਲੈ ਕੇ ਜਾਂਦਾ। ਤੇ ਗੁਰਦੁਆਰੇ ਵੀ ਅਸੀਂ ਇਹ ਵਿਚਾਰ ਲੈ ਕੇ ਜਾਈਏ ਵੀ ਨਾਲ ਮੈਂ ਕੁਝ ਨਾ ਕੁਝ ਲੈ ਕੇ ਜਾਣਾ, ਪਤਾ ਨਹੀਂ ਕਿਹੜਾ। ਮੈਂ ਆਪਣੀ ਗੱਲ ਦੱਸਦਾ ਜੀ, ਕਈ ਵਾਰੀ ਨਾ ਕਿਸੇ ਗੁਰਦੁਆਰੇ ਜਾਈਦਾ, ਜਾਂਦੇ ਨੂੰ ਰਾਗੀ ਸਿੰਘ ਕੀਰਤਨ ਕਰ ਰਿਹਾ ਹੁੰਦਾ, ਹੁਣ ਉਹ ਸ਼ਬਦ ਤੇ ਪਹਿਲਾਂ ਬਹੁਤ ਵਾਰੀ ਸੁਣਿਆ ਹੁੰਦਾ, ਪਰ ਉੱਥੇ ਜਦੋਂ ਸ਼ਬਦ ਉਹ ਸੁਣੀਦਾ ਉਸੇ ਵੇਲੇ ਨਾਲ ਹੀ ਨੋਟ ਕਰ ਲਈਦਾ, ਆਣ ਕੇ ਸ਼ਬਦ ਨੂੰ ਧਿਆਨ ਨਾਲ ਪੜ੍ਹੀਦਾ। ਮੈਂ ਬਹੁਤ ਸ਼ਬਦ ਐਸੇ ਜਿਹੜੇ ਰਾਗੀਆਂ ਕੋਲ ਸੁਣੇ ਤੇ ਬਾਅਦ ਚ ਉਹਦੀ ਵਿਚਾਰ ਕੀਤੀ, ਮੈਂ ਸੱਚ ਕਹਿਣਾ, ਮੈਂ ਨਹੀਂ ਕਹਿੰਦਾ ਵੀ ਸਾਡੇ ਕੋਲ, ਮੈਂ ਉਹਨਾਂ ਕੋਲੋਂ ਸੁਣੇ, ਉਹਨਾਂ ਕੋਲੋਂ ਸ਼ਬਦ ਸੁਣੇ। ਇੱਕ ਗੁਰਦੁਆਰੇ ਇੱਥੇ ਅਮਰੀਕਾ ਦੀ ਗੱਲ ਹੀ ਆ, ਸ਼ਬਦ ਪੜਿਆ ਐਸੋ ਪਰਚੋ ਪਾਇਓ, ਕਰੀ ਕਿਰਪਾ ਕਿਰਪਾਲ ਬੀਟਲੇ ਸਤਿਗੁਰੂ ਮੁਝੇ ਬਤਾਇਓ। ਅਸੀਂ ਗਏ ਜਾਂਦੇ ਨੂੰ ਦੀਵਾਨ ਦੇ ਵਿੱਚ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਆਹਾ ਆਨੰਦ ਆਇਆ। ਮੈਂ ਸ਼ਬਦ ਉਸ ਵੇਲੇ ਨੋਟ ਕੀਤਾ, ਮੈਨੂੰ ਯਾਦ ਆ ਵੀ ਉਹ ਦੂਜੇ ਹਫ਼ਤੇ ਹੀ ਉਹ ਸ਼ਬਦ ਦੀ ਮੈਂ ਵਿਚਾਰ ਕੀਤੀ, ਤੇ ਹੁਣ ਉਹ ਮੈਨੂੰ ਭੁੱਲਣਾ ਥੋੜਾ, ਮੈਨੂੰ ਪੂਰਾ ਯਾਦ ਆ ਵੀ ਮੈਂ ਫਲਾਣੇ ਗੁਰਦੁਆਰੇ ਗਿਆ ਤੇ ਉੱਥੋਂ ਭਾਈ ਸਾਹਿਬ ਉਹ ਸ਼ਬਦ ਪੜ੍ਹ ਰਹੇ ਸੀ। ਤਾਂ ਇਹ ਗੱਲਾਂ ਅਸੀਂ ਸਿੱਖਦੇ ਹਾਂ, ਅਸੀਂ ਰਾਗੀ ਕੋਲੋਂ ਵੀ ਸਿੱਖਣਾ, ਪ੍ਰਬੰਧਕ ਕੋਲੋਂ ਵੀ ਸਿੱਖਣਾ, ਪ੍ਰਚਾਰਕ ਕੋਲੋਂ ਵੀ ਸਿੱਖਣਾ, ਇੱਕ ਦੂਜੇ ਕੋਲੋਂ ਸਿੱਖਦੇ ਜਾਣਾ। ਤਾਂ ਇਹ ਗੱਲਾਂ ਮੈਨੂੰ ਲੱਗਦਾ ਵੀ ਇੰਨੀਆਂ ਔਖੀਆਂ ਨਹੀਂ ਹੈਗੀਆਂ ਜੇ ਬੰਦਾ ਪ੍ਰੈਕਟਿਸ ਕਰੇ। ਮੈਂ ਆਪਣੇ ਰਾਗੀ ਵੀਰਾਂ ਨੂੰ ਬੇਨਤੀ ਕਰਦਾ, ਤੁਸੀਂ ਜਿਹੜਾ ਸ਼ਬਦ ਗਾਉਣਾ ਵੀ ਆ, ਤੁਹਾਨੂੰ ਉਹਦੇ ਮੀਨਿੰਗ ਆਉਣੇ ਹੋਣੇ ਚਾਹੀਦੇ ਆ। ਮੰਨ ਲਓ ਜੇ ਨਹੀਂ ਵੀ ਉਸ ਗੁਰਦੁਆਰੇ ਕੋਲ ਪ੍ਰਚਾਰਕ ਹੈਗਾ, ਤੁਸੀਂ 10-15 ਮਿੰਟ ਉਹਦੇ ਮੀਨਿੰਗ ਸੰਗਤ ਨੂੰ ਉਪਦੇਸ਼ ਦਿਓ ਵੀ ਬਾਣੀ ਆ ਕਹਿੰਦੀ ਭਾਈ ਆਪਾਂ ਇੱਦਾਂ ਕਰਮ ਕਰਨੇ ਆ। ਮੈਂ ਪ੍ਰਚਾਰਕ ਨਾਲੋਂ ਵੱਧ ਪਾਵਰ ਗ੍ਰੰਥੀ ਦੀ ਮੰਨਦਾ। ਪ੍ਰਚਾਰਕ ਨੇ ਬੋਲ ਕੇ ਆ ਜਾਣਾ ਵਾ, ਜਿਹੜਾ ਗੁਰਦੁਆਰੇ ਗ੍ਰੰਥੀ ਬੈਠਾ ਨਾ ਉਹਦੀ ਜ਼ਿਆਦਾ ਪਾਵਰ ਆ, ਕਿਉਂਕਿ ਉਹਨੇ ਲਗਾਤਾਰ 365 ਦਿਨ ਉੱਥੇ ਰਹਿਣਾ, ਉਹਦੇ ਨਾਲ ਸੰਗਤ ਦੀ ਜ਼ਿਆਦਾ ਜਿਹੜੇ ਆ ਬਣਨੀ ਆ। ਉਹ ਤਾਂ ਰੋਜ਼ ਜਿਹੜੀ ਡੋਜ਼ ਦੇਣੀ ਆ ਨਾ ਨਿੱਕੀ ਨਿੱਕੀ, ਉਹਦਾ ਜ਼ਿਆਦਾ ਅਸਰ ਹੋਣਾ। ਇੱਕ ਬੜੇ ਪ੍ਰਸਿੱਧ ਪ੍ਰਚਾਰਕ ਕਥਾਕਾਰ ਹੋਏ, ਉਹ ਨਾ ਇੱਕ ਸ਼ਬਦ ਪੜ੍ਹਦੇ ਕਬੀਰ ਸਾਹਿਬ ਦਾ, ਤੂੰ ਕਰਤਾ ਤੂੰ ਭਿਆ ਕਹਿੰਦੇ ਸੀਗੇ, ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੋ। ਉਹ ਇੰਨੇ ਪ੍ਰਸਿੱਧ ਪ੍ਰਚਾਰਕ ਹੀ, ਕਿਸੇ ਦੀ ਜ਼ਰੂਰਤ ਨਹੀਂ ਕਹਿਣ ਦੀ ਵੀ ਤੁਸੀਂ ਆਹ ਕਰੈਕਟ ਕਰ ਲਓ। ਜਦੋਂ ਮੇਰੇ ਕੋਲ ਲੋਕਾਂ ਨੇ ਦੱਸਿਆ ਵੀ ਉਹ ਪ੍ਰਚਾਰਕ ਇੱਦਾਂ ਕਹਿੰਦੇ ਆ, ਮੈਂ ਫਿਰ ਜ਼ਰੂਰਤ ਕੀਤੀ, ਉਹਨਾਂ ਦੇ ਕੋਲ ਸਟੀਕ ਲੈ ਕੇ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਹ ਇੱਦਾਂ ਵਾ। ਫਿਰ ਉਹ ਕਹਿਣ ਲੱਗੇ ਵੀ ਹੱਦ ਹੋ ਗਈ, 30 ਸਾਲ ਗਲਤੀ ਪੜ੍ਹਦੇ ਰਹੇ, ਕਿਸੇ ਨੇ ਦੱਸਿਆ ਨਹੀਂ। ਤੁਹਾਡੇ ਨਾਲ ਕਦੇ ਇੱਦਾਂ ਹੋਇਆ? ਹੋ ਸਕਦਾ ਜੀ, ਬਹੁਤ ਵਾਰੀ ਕੋਈ ਮੰਨ ਲਓ ਕੋਈ ਤੁਕ ਹੁੰਦਾ ਜੀ, ਮੰਨ ਲਓ ਵੇਖੋ ਇਨਸਾਨ ਆ, ਗਲਤੀਆਂ ਦਾ ਪੁਤਲਾ, ਕਿ ਇਹ ਥੋੜਾ ਕਈ ਵਾਰੀ ਤੁਕ ਸਾਡੇ ਕੋਲ ਅੱਗੇ ਪਿੱਛੇ ਹੋ ਜਾਂਦੀ। ਬੇਕਰ ਸਪੀਡ ਕਥਾ ਕਰਦੇ ਆ, ਬਾਅਦ ਵਿੱਚ ਜਦੋਂ ਸ਼ਬਦ ਪੜ੍ਹਾ ਰਿਹਾ ਸੀ ਹੈ ਦਇਆ ਦੇਵਤਾ ਖਿਮਾ ਜਬ ਮਾਲੀ ਪੜ੍ਹਦੇ ਆ, ਜਦੋਂ ਹੋਇਆ ਸੀ ਉਹ ਇੱਕਦਮ ਬ੍ਰੇਨ ਚ ਨਾ ਆਵੇ ਵੀ ਇਹ ਕਿਹੜੀ ਤੁਕ ਵਾ। ਉਹ ਜਦੋਂ ਸੰਗਤ ਚੋਂ ਇੱਕ ਬੰਦੇ ਨੇ ਕਿਹਾ ਵੀ ਦਇਆ ਦੇਵਤਾ, ਮੈਂ ਖਿਮਾ ਦੇਵਤਾ ਪੜ੍ਹੀ ਜਾਵਾਂ, ਉਹ ਹੁੰਦਾ ਜੀ, ਕਿਉਂਕਿ ਆਪਾਂ ਇਨਸਾਨ ਆ, ਭੁੱਲਣਾ। ਮੈਂ ਕਹਿੰਦਾ ਇਹ ਤੇ ਨੋਰਮਲ ਗੱਲਾਂ ਨੇ, ਕੋਈ ਗੱਲ ਨਹੀਂ, ਪਰ ਕਈ ਵਾਰੀ ਹੁੰਦਾ ਵਾ ਜੀ ਇਹ ਤੋਕਾ ਭਾਈ ਦਾ, ਕਿਤੇ ਕੋਈ ਸ਼ਬਦ ਦੀ ਆਪਾਂ ਆਪਣੇ ਕੋਲੋਂ ਲਾਤੀ, ਉਹ ਸਰੋਤਾ ਸੰਗਤ, ਇਹਦੇ ਨਾਲ ਇੱਕ ਸਵਾਦ ਆਉਂਦਾ। ਇੱਕ ਸਵਾਦ ਇਹ ਹੁੰਦਾ ਵੀ ਸੰਗਤ ਦੇ ਵਿੱਚ ਸਰੋਤਾ ਯਾਰ ਇੰਨਾ ਇੰਟੈਲੀਜੈਂਟ। ਮੈਂ ਤਾਂ ਕਹਿੰਦਾ ਨਾ ਵੀ ਹਰ ਸੰਗਤ ਵਿੱਚ ਇੱਦਾਂ ਦੇ ਸਰੋਤੇ ਬੈਠੇ ਹੋਣੇ ਚਾਹੀਦੇ ਆ। ਸਾਨੂੰ ਉਹਨਾਂ ਗੁਰਦੁਆਰਿਆਂ 'ਚ ਆਨੰਦ ਹੀ ਵੱਖਰਾ ਆਉਂਦਾ ਜਿਨ੍ਹਾਂ ਗੁਰਦੁਆਰਿਆਂ ਸੰਗਤ ਸਾਡੇ ਨਾਲ ਬਾਣੀ ਪੜ੍ਹਦੀ ਹੈ। ਅਸੀਂ ਹੁਣ ਕਹੇ ਵੀ ਗਾੜੀ ਬੋਲੇ ਕੁਝ ਨਹੀਂ, ਸਗੋਂ ਬੁਲਾਉਂਦੇ ਆ। ਤੁਸੀਂ ਨੋਟ ਕੀਤਾ ਹੋਣਾ ਜਿਹੜੇ ਸਰੋਤੇ ਸੁਣਦੇ, ਮੈਂ ਤੇ ਅਕਸਰ ਨਾ ਕਥਾ ਕਰਦਾ ਸੰਗਤ ਨੂੰ ਬੋਲੋ ਭਾਈ, ਤੁਸੀਂ ਨਾਲ ਪੜ੍ਹੋ, ਤੁਸੀਂ ਵੀ ਪੜ੍ਹੋ, ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਕੋਈ ਪਾਪ ਨਹੀਂ ਲੱਗੂਗਾ, ਤੁਹਾਨੂੰ ਕੋਈ ਗੁਨਾਹ ਨਹੀਂ ਹੈਗਾ। ਆਪਾਂ ਪੜ੍ਹਨ ਦੀ ਆਦਤ ਪਾਈਏ, ਜ਼ਿਆਦਾ ਨਹੀਂ। ਜਿਹਨੇ ਜ਼ਿੰਦਗੀ 'ਚ ਬਾਣੀ ਨਹੀਂ ਪੜ੍ਹੀ, ਤੁਸੀਂ ਆਹ ਸ਼ਬਦ ਪੜ੍ਹੋਗੇ ਤਾਂ ਤੁਹਾਨੂੰ ਚੇਟਕ ਲੱਗਣੀ ਆ ਕਿ ਬਾਣੀ ਮੈਂ ਵੀ ਪੜ੍ਹ ਸਕਦਾ। ਤਾਂ ਹੁੰਦਾ ਜੀ। ਇੱਕ ਬੜੇ ਮਹਾਨ ਕੀਰਤਨੀ ਸੀਗੇ ਤੇ ਉਹ ਏਦਾਂ ਸ਼ਬਦ ਪੜ੍ਹ ਰਹੇ ਸੀ, ਹਰ ਕਾ ਬਲੋਹ ਨਾ ਬਲੋ ਮੇਰੇ ਭਾਈ, ਸਹਿਜ ਬਲੋ ਜਿਸ ਤਤ ਨਾ ਜਾਈ, ਤਨ ਕਰ ਮਟਕੀ ਮਨ ਮਾਇਆ ਬਲੋਈ। ਉਹ ਕੀ ਹੈ, ਪੜ੍ਹਦੇ ਭੁੱਲ ਗਏ। ਸੰਗਤ 'ਚ ਇੱਕ ਬੀਬੀ ਬੈਠੀ ਸੀ, ਉਹਨੇ ਬੀਬੀ ਨੇ ਉਹਨਾਂ ਨੂੰ ਕਹਿੰਦਾ ਨਹੀਂ ਆ ਤੋਕਾ ਏਦਾਂ ਨਹੀਂ, ਆ ਏਦਾਂ ਨਹੀਂ। ਉਹ ਭਾਈ ਸਾਹਿਬ ਜਦੋਂ ਉਹਨਾਂ ਨੇ ਕੀਰਤਨ ਖਤਮ ਕੀਤਾ ਨਾ, ਸਭ ਤੋਂ ਜਾ ਕੇ ਪਹਿਲਾਂ ਉਹਨਾਂ ਨੇ ਉਹ ਬੀਬੀ ਦੇ ਨਾਲ ਕਰਕੇ ਥੈਂਕ ਯੂ ਸੋ ਮਚ, ਵੀ ਬਹੁਤ ਬਹੁਤ ਧੰਨਵਾਦ ਹੁੰਦਾ ਜੀ। ਇਹ ਤੇ ਸਾਰਾ ਕੁਝ ਹੀ ਕਹਿੰਦੇ ਸਾਡਾ ਸਾਰਾ ਸ਼ਬਦ ਹੀ ਉਖੜ ਚੱਲਿਆ। ਸੰਗਤ ਵਿੱਚ ਬੜੇ ਸਰੋਤੇ ਇਦਾਂ ਦੇ ਬੜੇ ਬਾਣੀ ਹੋਣਾ। ਪੰਜਾਬ ਦੇ ਵਿੱਚ ਅਸੀਂ ਜਦੋਂ ਦੀਵਾਨ ਲਾਉਂਦੇ ਆ, ਇੰਨੇ ਸਰੋਤੇ ਬਾਣੀ ਗਾ ਕੇ ਪੜ੍ਹਦੇ ਆ। ਕਈ ਵਾਰੀ ਤੁਸੀਂ ਪੂਰਾ ਸ਼ਬਦ ਨਾਲ ਗਾ ਦਿੰਦੇ, ਸਵਾਦ ਆਉਂਦਾ ਵੀ। ਉਹ ਆਪ ਦੱਸਦੇ ਜੀ ਹੁਣ ਅਸੀਂ ਜਦੋਂ ਬਾਣੀ ਪੜ੍ਹਦੇ ਆ ਤੇ ਸਾਨੂੰ ਸਹਿਜ ਪਾਠ ਕਰਦੇ ਆ, ਬਾਣੀ ਜਿਹੜੀ ਆ ਯਾਦ ਹੋਣ ਲੱਗ ਪਈ।
ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਇਹ ਪਿਛਲੇ 4-5 ਸਾਲ ਦੇ ਵਿੱਚ 4-5 ਦਿਨ ਦੇ ਵਿੱਚ ਹਾਂਜੀ ਤੁਹਾਡੇ ਕੋਲ ਬਹੁਤ ਕੁਝ ਸਿੱਖਿਆ, ਕਈ ਕੁਝੀਆਂ ਰਮਜਾਂ ਦਾ ਪਤਾ ਲੱਗਾ। ਚਲੋ, ਤੇ ਇਹ ਵੀ ਤਰੀਕੇ ਦਾ ਪਤਾ ਲੱਗਾ ਵੀ ਜੇ ਤੁਸੀਂ ਗਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਸਿੱਖਣਾ ਜਾਂ ਕੁਝ ਗ੍ਰਹਿਣ ਕਰਨਾ, ਹਾਂਜੀ, ਤੇ ਤੁਸੀਂ ਜਿਹੜੇ ਅਰਥ ਵਾ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਆਪਣੇ ਵਿਆਹ ਸ਼ਾਦੀ ਹੁੰਦੇ ਆ ਜਾਂ ਕੋਈ ਫਿਊਨਰਲ ਵਗੈਰਾ ਹੁੰਦੇ ਆ, ਆਪਾਂ ਨੇ ਪਰਚੇ ਜਿਹੜੇ ਫੜੇ ਹੁੰਦੇ ਆ, ਤੇ ਉਹ ਕੋਸ਼ਿਸ਼ ਕਰਨ, ਉਹ ਬੁਲਾਰੇ ਵੀ ਆਪਣਾ ਯਾਦ ਕਰਨ, ਬੋਲਣੀਆਂ ਕੋਈ ਫਰਕ ਨਹੀਂ ਪੈਂਦਾ, ਤੇ ਕੋਈ ਫਰਕ ਨਹੀਂ ਪੈਂਦਾ। ਤੇ ਕਿਉਂਕਿ ਜਿਹੜਾ ਉੱਤੋਂ ਪੜ੍ਹ ਕੇ ਬੋਲਣਾ ਉਹ ਥੋੜਾ ਜਿਹਾ ਸ਼ੋਭਾ ਜੀ ਨਹੀਂ ਦਿੰਦਾ, ਨਾ ਸਮਝ ਹੀ ਆਉਂਦਾ। ਬਿਲਕੁਲ, ਨਾਲੇ ਬੁਲਾਰੇ ਦਾ ਧਿਆਨ ਜਿਹੜਾ ਹੁੰਦਾ ਉਹ ਪੜ੍ਹਨ ਚ ਹੁੰਦਾ, ਨਾ ਕਿ ਬੋਲਣ ਚ। ਬਿਲਕੁਲ ਜੀ, ਮੈਂ ਕਹਿੰਦਾ ਇੱਕ ਵਾਰੀ ਉਹ ਕਰ ਲੈਣਗੇ ਨਾ, ਹਾਂਜੀ, ਫਿਰ ਉਹਨੂੰ ਸਮਝ ਆ ਜਾਣੀ ਵੀ ਇਹ ਕੋਈ ਐਡਾ ਔਖਾ ਕਹਿੰਦੇ ਆ। ਇੱਥੇ ਤੇ ਮੈਂ ਨਾ ਬੜੇ ਵਧੀਆ ਵਾ ਜਿਹੜੇ ਫਿਊਨਰਲ ਹਾਲ ਬਣੇ, ਉੱਥੇ ਵੀ ਬਹਿ ਕੇ ਜਦੋਂ ਤੁਸੀਂ ਜਾ ਕੇ ਖਲੋ ਕੇ ਸਪੀਚ ਦਿੰਦੇ ਆ, ਉੱਥੇ ਵੀ ਜਿਹੜਾ 10-15 ਮਿੰਟ ਤੁਸੀਂ ਆਪਣਾ ਕੋਈ ਸੁਨੇਹਾ ਦੇਣਾ ਬਹੁਤ ਵਧੀਆ ਦਿੱਤਾ ਜਾ ਸਕਦਾ। ਤੇ ਮੈਂ ਵੇਖਿਆ ਇੱਥੇ ਮੈਨੂੰ ਇੱਕ ਦੋ ਵਾਰੀ ਜਾਣ ਦਾ ਮੌਕਾ ਮਿਲਿਆ, ਜਿਹੜੇ ਬੁਲਾਰੇ ਵਧੀਆ ਜਾ ਕੇ ਉੱਥੇ ਗੱਲ ਕਰਦੇ ਆ, ਤੇ ਬਹੁਤ ਵਧੀਆ ਗੱਲ ਆ। ਬਾਣੀ ਆਪ ਪੜ੍ਹਨ, ਉਹਦੇ ਕਿਸੇ ਟੌਪਿਕ ਦੇ ਉੱਤੇ ਵਿਚਾਰ ਕਰਨ ਸੰਗਤਾਂ ਨੂੰ, ਕਿਉਂਕਿ ਹਰ ਬੰਦੇ ਨੂੰ, ਹਰ ਵਿਅਕਤੀ ਨੂੰ ਮੈਂ ਕਹਿੰਦਾ ਵੀ ਸਟੱਡੀ ਕਰਕੇ ਜਿਹੜੇ ਆਪਣੇ ਵਿਚਾਰ ਆ, ਜਿੱਥੇ ਟਾਈਮ ਲੱਗਾ ਤੁਹਾਡਾ ਤੁਸੀਂ ਉੱਥੇ ਰੱਖੋ ਜਾ ਕੇ ਵਿਚਾਰ, ਕਿਉਂਕਿ ਵਿਚਾਰਾਂ ਦੀ ਸਾਰੀ ਖੇਡ ਵਾ। ਆਪਣੇ ਵੱਲੋਂ ਯਤਨ ਕਰਦੇ ਰਹੋ। ਹਾਂਜੀ, ਤੇ ਜਿਸ ਤਰ੍ਹਾਂ ਹੁਣ ਤੁਸੀਂ ਕਥਾ ਕਰਦੇ ਹੋ, ਹਰ ਥਾਂ ਤੇ ਜਾਂਦੇ ਹੋ, ਤੁਹਾਡੀ ਜ਼ਿੰਦਗੀ ਦਾ ਗੋਲ ਕੀ ਆ? ਤੁਹਾਡੀ ਜ਼ਿੰਦਗੀ ਦਾ ਤੁਹਾਡਾ ਏਮ ਕੀ ਆ ਵੀ ਤੁਸੀਂ ਹੋਰ 10 ਸਾਲ ਜਾਂ 15 ਸਾਲ ਜਾਂ 20 ਸਾਲ ਲੋਕਾਂ ਨੂੰ ਸਮਝਾ ਕੇ ਸਿੱਖੀ ਦਾ ਪ੍ਰਚਾਰ ਕਰਕੇ ਫਿਰ ਕੀ ਕਰਨਾ? ਤੁਹਾਡਾ ਕੋਈ ਹੈਗਾ? ਦੇਖੋ ਜੀ, ਜਿੱਦਾਂ ਹੁੰਦਾ ਨਾ ਵੀ ਜਿੱਦਾਂ ਕੋਈ ਟੀਚਰ ਦਾ ਗੋਲ ਆਵੇ, ਟੀਚਰ ਕਹਿੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ, ਜਦੋਂ ਮੈਂ ਰਿਟਾਇਰਮੈਂਟ ਹੋ ਗਿਆ ਬਾਅਦ 'ਚ ਵੀ ਫਿਰ ਬੱਚਿਆਂ ਨੂੰ ਮੈਂ ਪੜ੍ਹਾਉਣਾਗਾ। ਸਾਡਾ ਤਾਂ ਇਹੋ ਹੀ ਆ ਵੀ ਜਿੱਥੇ ਜਿੰਨੇ ਜੋਗੇ ਆ, ਜਦੋਂ ਤੱਕ ਆਖਰੀ ਸਾਹ ਆ, ਫਿਰ ਸੱਚਿਆ ਪਾਤਸ਼ਾਹ ਸਾਡੇ ਕੋਲੋਂ ਇਹ ਕੰਮ ਲੈਂਦਾ ਰਹੇ। ਭਾਵੇਂ ਅਸੀਂ ਅੱਜ ਪ੍ਰਚਾਰ ਲੈਣ ਦੇ ਵਿੱਚ ਆ, ਕੱਲ੍ਹ ਨੂੰ ਸਮਾਂ ਪਾ ਕੇ ਅਸੀਂ ਮੰਨ ਲਓ ਇਹ ਲੈਣ ਤੋਂ ਪਾਸੇ ਵੀ ਹੁੰਦੇ ਆ, ਅਸੀਂ ਫਿਰ ਵੀ ਗੁਰਮਤਿ ਦੀ ਗੱਲ ਕਰੀਏ। ਪਰ ਸਾਡੀ ਤਾਂ ਇਹੋ ਹੀ ਤਮੰਨਾ ਵਾ ਕਿ ਆਖਰੀ ਸਾਹ ਤੱਕ ਅਸੀਂ ਆਪਣੀ ਇਹ ਸੇਵਾ ਨਿਭਾਉਂਦੇ ਰਹੀਏ, ਭਾਵੇਂ ਪੰਜਾਬ ਦੇ ਵਿੱਚ ਆ, ਭਾਵੇਂ ਆਪਾਂ ਜਿੱਥੇ ਮਰਜ਼ੀ ਰਹਿ ਕੇ ਗੁਰਮਤਿ ਦੀ ਗੱਲ ਕਰੀਏ। ਅੱਜ ਵੀ ਸਾਨੂੰ ਸਵਾਦ ਆਉਂਦਾ, ਕਿਉਂਕਿ ਮੈਂ ਤੇ ਸੋ ਜਿਹੜੇ ਪ੍ਰਚਾਰਕ ਨਿਰਾਸ਼ ਹੋ ਕੇ ਪਿਛਲੀ ਉਮਰੇ ਜਾ ਕੇ ਬੈਠੇ, ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਨਾ ਵੀ ਤੁਹਾਡੇ ਕੋਲ ਐਡਾ ਵਧੀਆ ਗੁਣ ਵਾ ਵੀ ਤੁਸੀਂ ਇਸ ਗੁਣ ਨੂੰ ਕਿਉਂ ਲੁਕੋ ਕੇ ਰੱਖਿਆ? ਤੁਸੀਂ ਆਓ, ਜੇ ਤੁਹਾਡੇ ਅੱਜ ਬੱਚੇ ਵੀ ਇੱਕ ਜਗ੍ਹਾ ਸੈੱਟ ਹੋ ਗਿਆ, ਤੁਸੀਂ ਉਹਨੂੰ ਪਬਲਿਕ ਵਿੱਚ ਲੈ ਕੇ ਜਾਓ। ਭਾਵੇਂ ਕੁਝ ਆਰਟੀਕਲ ਲਿਖੋ, ਕਰਦੇ ਬੜੇ ਬੰਦੇ, ਕਈਆਂ ਨੇ ਲੇਖ ਲਿਖੇ ਆ, ਕਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਟੱਡੀ ਕੀਤੀ ਆ, ਕਈਆਂ ਨੇ ਮਤਲਬ ਜਿੱਥੇ ਵੀ ਬੈਠੇ ਆਪਾਂ, ਕਿਉਂਕਿ ਜੇ ਆਪਾਂ ਦੂਜੀਆਂ ਕੌਮਾਂ ਦੀ ਗੱਲ ਕਰਦੇ ਹਾਂ, ਉਹਨਾਂ ਦੇ ਬੰਦੇ ਪੜ੍ਹੇ ਲਿਖੇ ਜਦੋਂ ਪਿਛਲੀ ਉਮਰੇ ਜਾਂਦੇ ਆ ਤਾਂ ਆਪਣੀ ਕੌਮ ਲਈ, ਆਪਣੀ ਪਬਲਿਕ ਲਈ ਕੁਝ ਨਾ ਕੁਝ ਕਰਦੇ ਆ। ਪਰ ਸਾਡੇ ਬੰਦੇ ਕਈ ਵਾਰੀ ਮੈਂ ਵੇਖਿਆ, ਭਾਵੇਂ ਉਹ ਪੁਲਿਸ ਅਫਸਰ ਆ, ਭਾਵੇਂ ਜਿਹੜੇ ਮਰਜ਼ੀ ਆ, ਉਹ ਪਿਛਲੀ ਉਮਰੇ ਆਣ ਕੇ ਕਈ ਵਾਰੀ ਨਾਰਾਜ਼ ਜਿਹੇ ਹੋ ਕੇ ਕਹਿੰਦੇ ਹੁਣ ਤਾਂ ਬੱਚੇ ਸੈੱਟ ਹੋ ਗਏ ਆ, ਇੱਕ ਨਿਊਜ਼ਪੇਪਰ ਪੜ੍ਹਨਾ ਵਾ, ਸਵੇਰੇ ਬ੍ਰੇਕਫਾਸਟ ਕਰ ਲੈਣਾ ਵਾ, ਦੁਪਹਿਰੇ ਖਾ ਪੀ ਕੇ ਫਿਰ ਸ਼ਾਮਾਂ ਨੂੰ ਮਾੜਾ ਮੋੜ ਘੁੰਮ ਆਉਣਾ ਵਾ, ਬਸ ਜੀ ਜ਼ਿੰਦਗੀ। ਬੜਾ ਕੁਝ ਹੈਗਾ ਸਾਡੇ ਕੋਲ, ਬਹੁਤ ਕੁਝ। ਕਹਿੰਦਾ ਮਤਲਬ ਵੀ ਤੁਹਾਡਾ ਕੋਈ ਡੇਰਾ ਬਣਾਉਣ ਦਾ ਇਰਾਦਾ ਨਹੀਂ, ਨਾ ਕੋਈ ਸੰਤਾ ਬਣਾਉਣ ਦਾ ਇਰਾਦਾ ਨਹੀਂ? ਡੇਰਾ ਤਾਂ ਹੁਣ ਬਣਾਉਣਾ ਸੀ, ਹੁਣ ਨਹੀਂ ਬਣਾਇਆ ਤੇ ਆਪਾਂ ਪਿਛਲੀ ਵਾਰ ਕਿਸੇ ਨੂੰ। ਹਾਂਜੀ, ਹੁਣ ਬਣਾ ਸਕਦੇ ਆਪਾਂ, ਹੁਣ ਨਹੀਂ ਬਣਾਇਆ। ਡੇਰਿਆਂ ਤੋਂ ਤੇ ਇਹਦੇ 'ਚ ਡੇਰਾ, ਮੈਂ ਕਹਿੰਦਾ ਵੀ ਇਹਨਾਂ ਗੱਲਾਂ ਦੀ ਤੇ ਹੁਣ ਸੰਗਤ ਨੂੰ ਸਮਝ ਆਉਣ ਲੱਗ ਪਈ ਆ। ਬੜਾ ਸਾਡਾ ਨੁਕਸਾਨ ਇਹਨਾਂ ਗੱਲਾਂ ਨੇ ਪਹਿਲਾਂ ਕਰਵਾ ਦਿੱਤਾ ਵਾ। ਤੇ ਆਪ ਗੁਰਬਾਣੀ ਪੜ੍ਹੋ। ਤੇ ਆ ਤੁਸੀਂ ਮੇਰੀ ਵਰਦੀ ਵੇਖ ਹੀ ਲਈ ਵੀ ਇਹੋ ਜਿਹੀ ਵਰਦੀ ਪਾ ਕੇ ਡੇਰੇ ਸਾਡੇ ਕੋਲ ਆਉਣਾ ਕਹਿੰਦੇ ਆ। ਉਹ ਡੇਰਿਆਂ ਤੇ ਸਪੈਸ਼ਲ ਤਿਆਰੀ ਹੁੰਦੀ ਆ, ਲੱਤਾਂ ਨੰਗੀਆਂ ਹੁੰਦੀਆਂ, ਚੋਲਾ ਜਿਹੜਾ ਉਹ ਗੋਡੇ ਤੋਂ ਥੱਲੇ ਪਿੰਨੀਆਂ ਦੇ ਨਾਲ ਵੱਜਦਾ ਵਾ, ਤੇ ਨਾਲ ਇੱਕ ਨੇ ਤੌਲੀਆ ਫੜਿਆ ਹੁੰਦਾ ਵਾ, ਉਹ ਬਾਬਾ ਜੀ ਆ ਰਹੇ ਆ ਜੀ, ਹੱਥ ਵੀ ਕਿਸੇ ਨੇ ਧੋਣੇ ਆ, ਹਾਂਜੀ, ਕਾਰ ਦੀ ਬਾਰੀ ਵੀ ਕਿਸੇ ਹੋਰ ਨੇ ਖੋਲਣੀ ਆ, ਕੱਪੜਾ ਵੀ ਕਿਸੇ ਦੂਜੇ ਨੇ ਵਿਛਾਉਣਾ। ਉਹ ਤਾਂ ਤੁਹਾਨੂੰ ਪਤਾ ਪਖੰਡ। ਫਿਰ ਇਹਨਾਂ ਦਾ ਕੰਮ ਤੁਸੀਂ ਸ਼ੁਰੂ ਤੋਂ ਹੀ ਰੋਕਦੇ ਰਹੇ ਵੀ ਆਪ। ਅਸੀਂ ਤੁਸੀਂ ਨੋਟ ਕੀਤਾ ਹੋਊਗਾ, ਮੈਂ ਗੁਰਦੁਆਰੇ ਕਥਾ ਕਰਦਾ, ਮੇਰੀ ਡਰੈਸ ਹੋਰ ਹੁੰਦੀ ਆ, ਇੱਦਾਂ ਮੈਂ ਆਪ ਇਹ ਦੱਸਣ ਵਾਸਤੇ ਕਿ ਭਾਈ ਅਸੀਂ ਤੁਹਾਡੇ ਵਰਗੇ ਆ। ਹਾਂਜੀ, ਠੀਕ ਆ, ਠੀਕ ਆ। ਹੁਣ ਦੂਜੇ ਬੰਨੇ ਇੱਕ ਬੰਨੇ ਉਹ ਜਿਹੜੇ ਬੰਦੇ ਗਲ 'ਚ ਹਜੂਰੀਆ ਪਾ ਕੇ ਰੋਟੀ ਖਾਣੀ ਆ, ਵੀ ਮਤਲਬ ਤੁਸੀਂ ਦੱਸਣਾ ਚਾਹੁੰਦੇ ਕਿ ਤੁਹਾਨੂੰ ਡਿਫਰੈਂਟ ਆ ਸੀ, ਤਾਂ ਹੀ ਫਿਰ ਕਹਿੰਦੇ ਭਾਈ ਸਾਹਿਬ ਜੀ ਚਰਨ ਪਾਓ ਜੀ, ਇੱਕ ਵਾਰੀ ਸਾਡੇ ਘਰ ਆ, ਸਾਡੇ ਘਰ ਪਵਿੱਤਰ ਕਰ ਦਿਓ ਜੀ। ਮੈਂ ਹਰ ਰਾਗੀ ਪ੍ਰਚਾਰ ਕਰਨਾ, ਸਾਡੀ ਇੱਕ ਡਰੈਸ ਵਰਦੀ ਹੈ, ਸਟੇਜ ਤੇ ਬਹਿਣਾ, ਅਸੀਂ ਗੱਲ ਕਰਦੇ ਹਾਂ, ਬਾਅਦ ਤੁਸੀਂ ਆਮ ਬੰਦਿਆਂ ਵਰਗੇ ਲੋਕਾਂ ਦੇ ਵਿੱਚ ਰਹੋ। ਖੇਤੀ, ਹੁਣ ਮੈਂ ਖੇਤੀ ਕਰਦਾ, ਸਾਡੀ ਖੇਤੀਬਾੜੀ ਦਾ ਕੰਮ, ਮੈਂ ਖੇਤਾਂ 'ਚ ਵੀ ਜਾਂਦਾ ਵਾਂ, ਮੱਝਾਂ ਵੀ ਨਹਾਉਣਾ, ਆਪਣੇ ਘਰ ਦੇ ਕੰਮ ਮੈਂ ਆਪ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਕਰਦਾ ਵਾਂ। ਮਤਲਬ ਆਪਾਂ ਨੂੰ ਘਰ ਦੇ ਕੰਮ ਦੀ ਕੋਈ ਸ਼ਰਮ ਨਹੀਂ ਜੀ। ਤੋ ਇਸ ਕਰਕੇ ਮੈਂ ਕਹਿੰਦਾ ਜਿੱਥੇ ਵੀ ਬੰਦਾ ਬੈਠਾ ਨਿਰਾਸ਼ ਨਾ ਹੋ ਅਖੀਰ ਤੱਕ। ਜਿੰਨਾ ਤੁਸੀਂ ਦੇਸ਼ਾਂ 'ਚ ਬੈਠੇ ਜੀ, ਇੱਥੇ 80-80 90-90 ਸਾਲ ਦੇ ਗੋਰੇ ਸਟੋਰਾਂ 'ਚ ਤੁਹਾਨੂੰ ਪਤਾ ਖਲੋ ਕੇ, ਨਾਲੇ ਇਹਨਾਂ ਕੰਟਰੀਆਂ ਮੈਂ ਚੇਅਰ ਘੱਟ ਆ ਤੇ ਖਲੋ ਕੇ ਜ਼ਿਆਦਾ ਕੰਮ ਕਰਦੇ ਆ, ਤੇ ਉਨੀ ਉਹਨਾਂ ਦੀ ਜਿਹੜੀ ਬੋਡੀ ਆ ਵਧੀਆ ਰਹਿੰਦੀ ਆ, ਸਿਹਤ ਤੰਦਰੁਸਤ ਰਹਿੰਦੀ ਆ। ਤੇ ਬੰਦੇ ਨੂੰ ਮੈਂ ਜਦੋਂ ਤੱਕ ਆਖਰੀ ਸਾਹ ਉਦੋਂ ਤੱਕ ਬੰਦੇ ਨੂੰ ਆਪਣੀ ਜ਼ਿੰਦਗੀ 'ਚ ਕੋਈ ਨਾ ਕੁਝ ਕਰਦੇ ਰਹਿਣਾ ਚਾਹੀਦਾ। ਮੇਰੇ ਕੋਲ ਇੱਕ ਪ੍ਰਚਾਰ ਕਰਿੰਦੇ ਹੁੰਦੇ ਸੀ ਤੇ ਉਹਨਾਂ ਨੂੰ ਲੋਕੀ ਸਾਦੇ ਹੁੰਦੇ, ਬੜੇ ਮਸ਼ਹੂਰ ਸੀ। ਹਾਂਜੀ, ਤੇ ਜਦੋਂ ਉਹਨਾਂ ਨੇ ਮੈਂ ਕਹਿਣਾ ਜੀ ਫਲਾਣੇ ਦੇ ਘਰ ਆਪਾਂ ਨੇ ਪ੍ਰਸ਼ਾਦਾ ਛਕਣ ਜਾਣਾ, ਹਾਂਜੀ, ਤੇ ਮੈਨੂੰ ਗੱਲ ਕਹਿੰਦੇ ਹੁੰਦੇ ਸੀ, ਹਾਂਜੀ,
ਕਿ ਮਨਜੀਤ ਸਿੰਘ ਜੀ ਦੰਦ ਘਸਾਈ ਦੀ ਗੱਲ ਕਰ ਲਈ। ਅੱਛਾ, ਤੁਹਾਡਾ ਵੀ ਕੋਈ ਰੇਟ ਹੈਗਾ ਦੰਦ ਘਸਾਈ ਦਾ? ਇਹਨਾਂ ਗੱਲਾਂ ਤੇ ਅਸੀਂ ਰੋਕਦੇ ਹਾਂ ਜੀ ਵੀ ਇਹ ਕੰਮਾਂ 'ਚ ਕੋਈ ਫਾਇਦਾ ਨਹੀਂ ਹੈਗਾ ਤੇ ਬੜਾ ਫਰਕ ਪੈ ਗਿਆ। ਸੰਗਤ ਹੁਣ ਸੁਚੇਤ ਹੋ ਜਾਂਦੀ ਹੈ, ਲੋਕਾਂ ਨੂੰ ਸਮਝ ਆ ਗਈ ਹੈ ਵੀ ਇਹਨਾਂ ਕੰਮਾਂ 'ਚ ਕੋਈ ਫਾਇਦਾ ਨਹੀਂ। ਰੋਕੀ ਦਾ ਵੀ ਨਾ ਪਾਈ, ਇਹ ਕੰਮ ਨਾ ਕਰੋ ਤੁਸੀਂ ਵੀ ਬੜੇ ਹੁਣ ਸਿਆਣੇ ਹੋ ਗਏ ਸੰਗਤ ਹੁਣ। ਤੇ ਕਹਿੰਦਾ ਵਾ ਵੀ ਇਹ ਬ੍ਰਾਹਮਣ ਨੇ ਕੰਮ ਸ਼ੁਰੂ ਕੀਤਾ ਸੀ ਵੀ ਦੰਦ ਮੇਰੇ ਘਸਣੇ ਆ ਤੇ ਭਾਈ ਏਦਾਂ। ਮੈਨੂੰ ਯਾਦ ਆ ਜੇ ਨਾਰਵੇ ਦੀ ਗੱਲ ਆ। ਨਾਰਵੇ ਕਰੀ ਮੈਂ ਗਿਆ ਤੇ ਜਿਸ ਪਰਿਵਾਰ ਕੋਲ ਠਹਿਰਿਆ ਤੇ ਉਹਨਾਂ ਨੇ ਮੈਨੂੰ ਦੂਜੇ ਤੀਜੇ ਦਿਨ ਕਹਿਣਾ ਸ਼ੁਰੂ ਕਰਤਾ, ਕਹਿੰਦੇ ਭਾਈ ਸਾਹਿਬ ਜੀ ਆਪਾਂ ਪ੍ਰਸ਼ਾਦਾ ਕਿਸੇ ਦੇ ਘਰ ਛਕਣ ਜਾਣਾ। ਮੈਂ ਬਾਰ-ਬਾਰ ਉਹਨਾਂ ਨੂੰ ਪੁੱਛਣਾ, ਇੱਕ ਦਿਨ ਮੈਂ ਪੁੱਛ ਹੀ ਲਿਆ। ਮੈਂ ਕਿਹਾ ਜੀ ਤੁਸੀਂ ਇਹ ਬਾਰ-ਬਾਰ ਸ਼ਬਦ ਬੋਲਦੇ ਜੇ ਵੀ ਕੋਈ ਮੁਸ਼ਕਲ ਆ ਰਹੀ ਘਰ 'ਚ ਬਣਾਉਣ 'ਚ? ਹਾਂਜੀ। ਉਹ ਜਿਹੜੀ ਅਗਲੀ ਗੱਲ ਉਹਨਾਂ ਕਹੀ ਸੁਣ ਕੇ ਤੁਸੀਂ ਹੈਰਾਨ ਹੋ। ਕਹਿੰਦੇ ਨਹੀਂ ਮੁਸ਼ਕਲ ਨਹੀਂ ਆ ਰਹੀ, ਅਸਲ 'ਚ ਨਾ ਇੱਥੇ ਜਦੋਂ ਅਸੀਂ ਕਿਸੇ ਦੇ ਘਰ ਲੈ ਕੇ ਜਾਂਦੇ ਤਾਂ ਨਾਲ ਲਿਫਾਫਾ ਦਿੰਦੇ ਆ। ਅੱਛਾ ਜੀ। ਤੇ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਵੀ ਤੁਸੀਂ ਨਹੀਂ ਪ੍ਰਸ਼ਾਦਾ ਛਕਣ ਜਾਣਾ? ਅੱਛਾ। ਮੈਂ ਕਿਹਾ ਜੀ ਆਪਾਂ ਤਾਂ ਦਾਲ ਫੁਲਕੇ ਇੱਥੇ ਘਰੇ ਆਪਾਂ ਨੂੰ ਪ੍ਰਸ਼ਾਦਾ ਆਪਾਂ ਨੂੰ ਠੀਕ ਆ, ਆਪਾਂ ਇਹ ਕੰਮ ਨਹੀਂ ਕਰਦੇ, ਅਸੀਂ ਤੇਰਾ ਕੰਮਾਂ ਤੋਂ ਰੋਕਦੇ ਆ। ਉਹ ਫਿਰ ਉਹ ਅਸਲ ਦੇ ਵਿੱਚ ਕੀ ਤਾਂ ਹੁਣ ਕਿਹੜੇ ਪ੍ਰਚਾਰਕ ਉਹਨਾਂ ਕੋਲ ਕਹਿਣਗੇ, ਰੱਬ ਜਾਣੇ ਤੇ ਉਹਨਾਂ ਨੂੰ ਪਤਾ ਹੋਊਗਾ। ਮੇਰੇ ਕਹਿਣ ਦਾ ਭਾਵ ਆ ਵੀ ਕਈਆਂ ਥਾਵਾਂ ਤੋਂ ਆਪ ਹੀ ਬੰਦੇ ਉਮੀਦ ਲਾਉਂਦੇ ਆ ਤੇ ਅਸੀਂ ਤੁਹਾਨੂੰ ਕਹਿੰਦੇ ਵੀ ਨਾ ਭਾਈ। ਅਸੀਂ ਤੇ ਕਿਸੇ ਦੇ ਘਰ ਵੀ ਜਾਈਏ ਨਾ ਪੰਜਾਬ, ਮੈਨੂੰ ਯਾਦ ਆ ਅਸੀਂ ਕਰੀ ਰਾਏਪੁਰ ਗਏ ਤਾਂ ਉੱਥੇ ਇੱਕ ਮਾਤਾ ਜੀ ਕਹਿੰਦੇ ਤੁਸੀਂ ਪੁੱਤਰ ਅਰਦਾਸ ਤੁਹਾਡੇ ਕੋਲ ਬਾਬਾ ਜੀ ਕਰਾਉਣੀ ਆ। ਮੈਂ ਕਿਹਾ ਮਾਤਾ ਜੀ ਭੈਣਾਂ ਸਾਡੀ ਕਹਿੰਦੇ ਪ੍ਰਸ਼ਾਦਾ ਬਣਾਇਆ, ਵੀਰਾਂ ਸਾਡੇ ਨੇ ਕਮਾਈ ਕੀਤੀ ਆ ਤੇ ਤੁਹਾਡੇ ਤੋਂ ਵਧੀਆ ਅਰਦਾਸ ਕਿਹਨੇ ਆਉਣੀ ਹੈ? ਮੈਂ ਤੁਹਾਡੇ ਕੋਲ ਖਲੋਣਾ ਤੇ ਮੈਂ ਆਪੇ ਅਰਦਾਸ ਆਪਣੀ ਕਰੋ, ਨਾਲੇ ਆਪਾਂ ਰਲ ਕੇ ਪਰਿਵਾਰ ਨੂੰ ਪ੍ਰਸ਼ਾਦਾ ਛਕਿਆ, ਬੜੇ ਖੁਸ਼ ਹੋਏ। ਮਤਲਬ ਇਹ ਦੱਸਣਾ ਤੇ ਪ੍ਰਚਾਰਕਾਂ ਨੇ ਆ ਨਾ। ਜਦੋਂ ਆਪ ਹੀ ਅਸੀਂ ਭੁਸਰੀਆਂ ਪਕਾਈਆਂ ਤੇ ਪਾਈਆਂ ਥਾਲੇ ਮਾਹੇ ਕਰ ਲੱਗ ਪਏ ਤੇ ਫਿਰ ਅਗਲਿਆਂ ਦੇ ਫਿਰ ਕਹਿਣਾ ਹੀ ਆ ਵੀ ਸਾਡੇ ਘਰ ਬਾਬਾ ਜੀ ਆਏ ਆ। ਤੇ ਬਹੁਤ ਗੱਲਾਂ ਵਾ ਜਿਹੜੀਆਂ ਅਸੀਂ ਆਪਣੀ ਜਿਹੜੀ ਆ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਦੀ ਤਰ੍ਹਾਂ ਅਸੀਂ ਸਮਝਾ ਸਕਦੇ ਹਾਂ, ਬਹੁਤ ਤਰੀਕੇ ਦੇ ਨਾਲ ਗੱਲ ਕਰ ਸਕਦੇ ਹਾਂ। ਤਾਂ ਫਰਕ ਪੈ ਰਿਹਾ ਜੀ ਹੌਲੀ ਹੌਲੀ। ਜਿਹੜੇ ਕੰਟਰੀ ਜਾਈਦਾ ਤੁਸੀਂ ਤੁਹਾਡੇ ਬਾਰੇ ਲੋਕੀ ਗੱਲਾਂ ਕਰਦੇ, ਪਰ ਨਾਰਵੇ ਦੇ ਵਿੱਚ ਤੁਹਾਡਾ ਖਾਸ ਸਥਾਨ ਆ। ਉੱਥੇ ਲੋਕਾਂ ਨੇ ਜਦੋਂ ਆ ਕੇ ਤੁਸੀਂ ਕਥਾ ਕੀਤੀ ਤੇ ਲੋਕਾਂ ਨੇ, ਮੈਂ ਮਿਲਿਆ ਬਹੁਤ ਲੋਕ, ਬਿਲਕੁਲ ਜੀ, ਬੜੇ ਪਿਆਰ ਵਾਲੇ ਸਾਰੇ ਸੰਗਤ ਨੂੰ ਮਿਲੇ ਆ ਤੇ ਉੱਥੇ ਹੁੰਦਰ ਫੈਮਿਲੀ ਦੇ ਕੋਲ ਰਹੇ ਸੀ, ਉਹ ਬੜਾ ਤੁਹਾਡਾ ਕਰਦੇ ਸੀ ਤੇ ਬਹੁਤ ਬਹੁਤ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ। ਫਿਰ ਵੀ ਤੁਸੀਂ ਜਦੋਂ ਆਓਗੇ, ਜਦੋਂ ਤੁਸੀਂ ਅਗਲੀ ਵਾਰੀ ਆਓਗੇ ਤੇ ਤੁਹਾਡਾ ਆਲਰੇਡੀ ਪ੍ਰੋਗਰਾਮ ਲਿਖਿਆ ਗਿਆ ਵਾ। ਠੀਕ ਹੈ ਜੀ, ਕੋਈ ਜ਼ਰੂਰ ਆਓਗੇ ਤੁਸੀਂ ਇੱਕ ਹਫ਼ਤਾ ਰਹਿਣਾ ਵਾ, ਉਦੋਂ ਅਨਾਉਂਸ ਕਰ ਦਾਂਗੇ। ਓਕੇ, ਚੰਗਾ ਜੀ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਫਤਿਹ।